ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੋ ਚਿਤ ਬੰਦੇ ਇਮ ਆਈ, ਅਬ ਲੀਜੈ ਬਚਨ ਪਰਤੋਏ। ਸਦ ਸਿੰਘਨ ਦੀਵਾਨ ਲਗਾਏ ਕੈ, ਬਿਚੇ ਆਪ ਖਲੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਚੱਲ ਰਹੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਕਰਕੇ ਪੰਜਾਬ ਵੱਲ ਟੋਰਿਆ। ਆਪਣੇ ਪੱਥੇ ਚੋਂ 5 ਤੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ ਕੇ ਗੁਰਦੇਵ ਨੇ ਹੁਕਮ ਕੀਤਾ ਕਿ ਜਦੋਂ ਰਣ ਭੂਮੀ ਵਿੱਚ ਇਹ ਵੇਖੇ ਕਿ ਦੁਸ਼ਮਣ ਦਾ ਹੱਲਾ ਜ਼ੋਰ ਦਾ ਹੈ ਤਾਂ ਉਸ ਵੇਲੇ ਇਹਨਾਂ 5 ਤੀਰਾਂ ਚੋਂ ਇੱਕ ਤੀਰ ਛਿਲੇ ਤੇ ਚਾੜੀ। ਅਜਗੈਬੀ ਫੌਜਾਂ ਆਉਣਗੀਆਂ, ਰਣ ਭੂਮੀ ਵਿੱਚ ਚੜ੍ਹ ਕੇ ਆਏ ਹੋਏ ਵੈਰੀ ਨੂੰ ਉਤਾਰ ਕੇ ਵਾਪਸ ਭੇਜਣਗੀਆਂ ਔਰ ਤੇਰੀ ਜਿੱਤ ਹੋ ਜਾਏਗੀ। ਬਾਬਾ ਵਿਨੋਦ ਸਿੰਘ, ਬਾਬਾ ਬਾਜ ਸਿੰਘ, ਭਾਈ ਰਣ ਸਿੰਘ, ਇਹਨਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਾਣ ਵਾਸਤੇ ਹੁਕਮ ਕੀਤਾ। ਪੰਜਾਬ ਦੇ ਸਾਰੇ ਸਿੰਘਾਂ ਨੂੰ ਹੁਕਮਨਾਮੇ ਭੇਜ ਦਿੱਤੇ ਹਨ ਕਿ ਸਮੁੱਚਾ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਰਲੇ ਔਰ ਇਕੱਠੇ ਹੋ ਕੇ ਵੈਰੀਆਂ ਦੇ ਨਾਲ ਜੂਝੋ, ਜਰਬਾਣਿਆਂ ਨੂੰ ਸੋਧਾ ਲਾਓ। ਬਾਬਾ ਬੰਦਾ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕੁਝ ਰਿੱਧੀ ਸਿੱਧੀ ਮੈਨੂੰ ਵੀ ਬਖਸ਼ੋ। ਮਹਾਰਾਜ ਜੀ ਕਹਿੰਦੇ, ਬੰਦਾ ਸਿੰਘ ਸਾਰੀਆਂ ਰਿੱਧੀਆਂ ਸਿੱਧੀਆਂ ਮੈਂ ਆਪਣੇ ਖਾਲਸੇ ਨੂੰ ਦੇ ਦਿੱਤੀਆਂ ਨੇ ਤੇ ਤੈਨੂੰ ਵੀ ਖਾਲਸੇ ਦੇ ਵਿੱਚ ਰਲਾ ਲਿਆ। ਤੂੰ ਖਾਲਸੇ ਤੋਂ ਵੱਖਰਾ ਨਹੀਂ ਹੈ। ਇਸ ਕਰਕੇ ਜੋ ਖਾਲਸੇ ਨੂੰ ਦਿੱਤਾ ਉਹਦੇ ਵਿੱਚੋਂ ਜਿਹੜਾ ਵਰਤਾਰਾ ਤੇਰਾ ਹੈ ਉਹ ਤੈਨੂੰ ਵੀ ਮਿਲ ਗਿਆ। ਕੋਈ ਔਖਾ ਸਮਾਂ ਆਵੇ, 5 ਸਿੰਘ ਤਿਆਰ ਬਰਤਿਆਰ ਸੱਦ ਕੇ ਉਹਨਾਂ ਦੇ ਕੋਲੋਂ ਅਰਦਾਸ ਕਰਾਵੀਂ। ਜੋ ਮੰਗੇਗਾ, ਜੋ ਕਾਮਨਾ ਕਰੇਗਾ, ਤੇਰੀ ਉਹ ਇੱਛਾ, ਤੇਰੀ ਉਹ ਕਾਮਨਾ ਪੂਰੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਂਦੇੜ ਤੋਂ ਚੱਲੇ ਨੇ ਤੇ ਮਨ ਵਿੱਚ ਫੁਰਨਾ ਆਇਆ, ਕਲਗੀਧਰ ਜੀ ਨੇ ਜਿਹੜੀ ਦਾਤ ਬਖਸ਼ੀ ਹੈ ਰਿੱਧੀ ਸਿੱਧੀ, ਉਹ ਅਜਮਾ ਕੇ ਵੇਖ ਲਈਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਖਾਲਸੇ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਜਿੱਥੇ ਸਰੀਰ ਕਰਕੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਲਵਾਉਂਦੇ ਹਾਂ।
ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਚਿਤ ਬੰਦੇ ਇਮ ਆਈ ਅਬ ਲੀਜੇ ਬਚਨ ਪਰਤੋਏ। ਬਾਬਾ ਬੰਦਾ ਸਿੰਘ ਜੀ ਦੇ ਮਨ 'ਚ ਏਦਾਂ ਇੱਛਾ ਆਈ, ਫੁਰਨਾ ਆਇਆ ਕਿ ਕਲਗੀਧਰ ਪਾਤਸ਼ਾਹ ਜੀ ਨੇ ਜੋ ਬਚਨ ਕਹੇ ਨੇ ਕਿ ਜੋ ਇੱਛਾ ਹੋਵੇ ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾਵੀਂ, ਉਹ ਇੱਛਾ ਪੂਰੀ ਹੋਵੇਗੀ। ਸੋਚਿਆ ਕਿ ਸਤਿਗੁਰੂ ਜੀ ਦੇ ਨਾ ਬਚਨਾਂ ਨੂੰ ਅਜਮਾ ਲਵਾਂ, ਵੇਖ ਲਵਾਂ ਜਿਹੜੀ ਦਾਤ ਸਤਿਗੁਰੂ ਜੀ ਨੇ ਮੈਨੂੰ ਦਿੱਤੀ ਹੈ ਉਹ ਹੁਣ ਪਰਖ ਕੇ ਵੇਖ ਲਵਾਂ। ਸਦ ਸਿੰਘਨ ਦੀਵਾਨ ਲਗਾਏ ਕੈ। ਜਦੋਂ ਨਾਂਦੇੜ ਤੋਂ ਚੱਲੇ ਨਾ ਰਸਤੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੀਵਾਨ ਸਜਾਇਆ, ਸਿੰਘਾਂ ਨੂੰ ਦੀਵਾਨ ਦੇ ਵਿੱਚ ਬੁਲਾਇਆ। ਵਿੱਚੇ ਆਪ ਖਲੋਏ। ਸਿੰਘਾਂ ਦੇ ਵਿੱਚ ਆਪ ਬਾਬਾ ਬੰਦਾ ਸਿੰਘ ਬਹਾਦਰ ਜੀ ਹਾਜ਼ਰ ਹੋਏ ਨੇ। ਸਿੰਘਾਂ ਦੇ ਵਿੱਚ ਉਸ ਅਰਦਾਸ ਵਿੱਚ ਆਪ ਖੜੇ ਹਨ। ਚੌਪਈ ਸਤਿਗੁਰ ਬਚਨ ਲਿਓ ਪਰਤਾਈ। ਆਖਿਆ ਸਤਿਗੁਰੂ ਜੀ ਦੇ ਬਚਨ ਅਜਮਾ ਕੇ ਵੇਖ ਲਈਏ। ਸਿੱਖ ਪੰਜ ਤਿੰਨ ਲਏ ਬੁਲਾਈ। ਬਾਬਾ ਜੀ ਨੇ ਤਿਆਰ ਬਰ ਤਿਆਰ ਜਿਹੜੇ ਸਿੰਘ ਸਨ ਅੰਮ੍ਰਿਤਧਾਰੀ, ਰਹਿਣੀ ਬਹਿਣੀ ਚ ਪੱਕੇ ਤੇ ਪ੍ਰਪੱਕ, ਉਹ ਪੰਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੁਲਾਏ। ਹੱਥ ਜੋੜ ਵਿੱਚ ਆਪ ਖਲੋਇਓ। ਪੰਜਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅਰਦਾਸ ਕਰੋ ਸਤਿਗੁਰਾਂ ਦੇ ਚਰਨਾਂ 'ਚ। ਉਹਨਾਂ ਪੰਜਾਂ ਦੇ ਨਾਲ ਆਪ ਬਾਬਾ ਬੰਦਾ ਸਿੰਘ ਬਹਾਦਰ ਜੀ ਹੱਥ ਜੋੜ ਕੇ ਅਰਦਾਸ ਵਿੱਚ ਸ਼ਾਮਲ ਹੋਏ ਹਨ। ਸਰਬੱਤਰ ਖਾਲਸੋ ਇੱਕ ਮਨ ਹੋਇਓ। ਪੰਜ ਸਿੰਘ ਅਰਦਾਸ ਵਿੱਚ ਜੁੜੇ ਨੇ, ਬਾਕੀ ਜਿਤਨੇ ਸਿੰਘ ਨੇ ਉਹ ਵੀ ਸਾਰੇ ਪਿੱਛੇ ਅਰਦਾਸ ਦੇ ਵਿੱਚ ਖੜੇ ਨੇ। ਇੱਕ ਮਨ ਇੱਕ ਚਿਤ ਹੋ ਕੇ ਅਰਦਾਸ ਵਿੱਚ ਜੁੜੇ ਹਨ। ਨਹੀਂ ਖਰਚ ਅਬ ਹਮਰੇ ਪਾਸ। ਬੇਨਤੀ ਕੀਤੀ ਪੰਜਾਂ ਸਿੰਘਾਂ ਨੇ ਕਿ ਹੇ ਅਕਾਲ ਪੁਰਖ ਜੀ, ਹੇ ਅੰਤਰਯਾਮੀ ਸਤਿਗੁਰੂ ਜੀ, ਖਾਲਸੇ ਦੇ ਕੋਲ ਸਿੰਘਾਂ ਦੇ ਕੋਲ ਇਸ ਵੇਲੇ ਖਰਚਾ ਨਹੀਂ ਹੈ, ਕਿਉਂਕਿ ਜਦੋਂ ਹਜ਼ੂਰ ਸਾਹਿਬ ਤੋਂ ਚੱਲ ਪਏ ਰਸਤੇ ਵਿੱਚ ਖਰਚ ਵੀ ਤਾਂ ਚਾਹੀਦਾ ਨਾ। ਥੋੜਾ ਜਿਹਾ ਚੱਲ ਕੇ ਆਏ ਤੇ ਮਾਇਆ ਮਸਤਾਨੀ ਸੀ। ਹੁਣ ਮਾਇਆ ਬਿਨਾ ਨਾ ਰਸਤਾ ਬਸਤਾਂ ਆਉਂਦੀਆਂ ਨੇ, ਨਾ ਕੋਈ ਹੋਰ ਵਸਤੂ ਆਉਂਦੀ ਹੈ। ਅਰਦਾਸ ਕੀਤੀ ਕਿ ਖਾਲਸੇ ਦੇ ਕੋਲ ਇਸ ਵੇਲੇ ਰਸਤਾ ਬਸਤਾਂ ਮਸਤਾਨੀਆਂ ਨੇ। ਮਹਾਰਾਜ ਅਕਾਲ ਪੁਰਖ ਜੀ, ਇਸ ਵੇਲੇ ਖਾਲਸੇ ਕੋਲ ਖਰਚ ਦਾ ਟੋਟਾ ਹੈ। ਆਵੇ ਖਰਚ ਯੋਂ ਕਰੀ ਅਰਦਾਸ। ਅਰਦਾਸ ਕੀਤੀ ਕਿ ਖਾਲਸੇ ਕੋਲ ਖਰਚ ਆ ਜਾਵੇ, ਕਿਉਂਕਿ ਖਰਚ ਦੀ ਕਮੀ ਹੈ। ਸਫ਼ਰ ਵਿੱਚ ਵੀ ਖਰਚ ਚਾਹੀਦਾ, ਰਸਤਾਂ ਬਸਤਾਂ ਖਰੀਦਣ ਲਈ ਵੀ ਖਰਚਾ ਚਾਹੀਦਾ। ਤੇ ਮਹਾਰਾਜ ਜੀ ਕਿਰਪਾ ਕਰੋ ਖਾਲਸੇ ਦੇ ਕੋਲ ਖਰਚਾ ਆ ਜਾਵੇ, ਯਾਨੀ ਕਿ ਮਾਇਆ ਦਾ ਗੱਫਾ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਖਜ਼ਾਨੇ ਚੋਂ ਭੇਜੋ। ਆਏ ਲੁਬਾਣੇ ਲੱਗ ਗਈ ਲਾਰ। ਇਹ ਅਰਦਾਸ ਕਰਕੇ ਹਾਲੇ ਹਟੇ ਹੀ ਸਨ ਸਿੰਘ, ਕਹਿ ਕੇ ਹਟੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਤਿਹ ਗਜਾ ਕੇ ਹਾਲੇ ਬੈਠੇ ਹੀ ਨੇ ਕਿ ਇਹਨੇ ਨੂੰ ਕੁਝ ਲੁਬਾਣੇ ਸਿੱਖ, ਜਿਨ੍ਹਾਂ ਦਾ ਵਣਜ ਦਾ ਕੰਮ ਸੀ, ਵਪਾਰ ਦਾ ਕੰਮ ਸੀ, ਉਹ ਵਣਜਾਰੇ ਜਿਹੜੇ ਸਨ ਵਪਾਰ, ਕਿਉਂਕਿ ਲੁਬਾਣੇ ਢੋਆ ਢਵਾਈ ਦਾ ਕੰਮ ਕਰਦੇ ਸੀ, ਵਣਜ ਦਾ ਕੰਮ ਬਹੁਤਾ ਕਰਦੇ ਸਨ। ਜਿਵੇਂ ਕਿ ਭਾਈ ਮੱਖਣ ਸ਼ਾਹ ਲੁਬਾਣੇ ਦੀ ਬਾਤ ਆਉਂਦੀ ਹੈ, ਤਾਂ ਉਸ ਵੇਲੇ ਕੁਝ ਲੁਬਾਣੇ ਸਿੱਖ ਉਹ ਪਹੁੰਚੇ। ਉਹਨਾਂ ਨੂੰ ਪਤਾ ਲੱਗਾ ਵੀ ਅੱਗੇ ਖਾਲਸਾ ਉਤਰਿਆ ਹੋਇਆ। ਉਹਨਾਂ ਲੁਬਾਣੇ ਸਿੰਘਾਂ ਦੇ ਕੋਲ ਮਾਇਆ ਸੀ ਦਸਵੰਧ ਦੀ, ਖਰਚਾ ਜਿਹੜਾ ਸੀ ਮਾਇਆ ਉਹਨਾਂ ਨੇ ਦਸਵੰਧ ਦਾ ਕੱਢਿਆ ਹੋਇਆ ਸੀ। ਦਿਓ ਦਸਵੰਦੋਨ ਕਈ ਹਜ਼ਾਰ। ਉਹ ਕਹਿੰਦੇ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਉਹਨਾਂ ਕੋਲ ਦਸਵੰਧ ਸੀ, ਵੱਡਾ ਕਾਰੋਬਾਰ ਸੀ ਉਹਨਾਂ ਲੁਬਾਣੇ ਸਿੱਖਾਂ ਦਾ। ਉਹ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਜਿਹੜਾ ਦਸਵੰਧ ਸੀ ਉਹ ਲਿਆ ਕੇ ਉਹਨਾਂ ਨੇ ਖਾਲਸੇ ਦੇ ਚਰਨਾਂ 'ਚ ਹਾਜ਼ਰ ਕਰ ਦਿੱਤਾ। ਸਾਰੇ ਸਿੰਘ ਇੱਕ ਦੂਜੇ ਵੱਲ ਵੇਖਣ, ਬੰਦਾ ਸਿੰਘ ਬਹਾਦਰ ਸਿੰਘਾਂ ਵੱਲ ਵੇਖੇ ਕਿ ਕਲਗੀਧਰ ਜੀ ਨੇ ਜਿਵੇਂ ਕਿਹਾ ਸੀ ਨਾ ਵੀ ਪੰਜਾਂ ਸਿੰਘਾਂ ਕੋਲੋਂ ਅਰਦਾਸ ਕਰਾਈ, ਜਿਹੜੀ ਕਾਮਨਾ ਹੋਵੇਗੀ ਝੱਟ ਪੂਰੀ ਹੋਵੇਗੀ। ਇਹ ਤਾਂ ਸਤਿਗੁਰੂ ਜੀ ਦੀ ਜ਼ਾਹਰ ਕਲਾ ਪ੍ਰਤੱਖ ਕਲਾ ਵਰਤੀ ਹੈ।
ਬੜੇ ਹੈਰਾਨ ਵੀ ਹੋਏ ਤੇ ਖੁਸ਼ ਵੀ ਹੋਏ ਕਿ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਇਹ ਵੱਡੀ ਕਰਾਮਾਤ ਦਿੱਤੀ ਹੈ। ਸੋ ਬੰਦੇ ਆਏ ਆਗੇ ਧਰਿਓ। ਉਹ ਹਜ਼ਾਰਾਂ ਰੁਪਈਆ ਲੁਬਾਣੇ ਸਿੱਖਾਂ ਨੇ ਦਸਵੰਧ ਦਾ ਇਕੱਠਾ ਕੀਤਾ ਹੋਇਆ, ਉਹ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਸਿੱਖਾਂ ਨੇ ਹਾਜ਼ਰ ਕੀਤਾ। ਕਰਾਏ ਅਰਦਾਸ ਬੰਦੇ ਹੱਥ ਫਰਿਓ। ਔਰ ਉਹਨਾਂ ਸਿੱਖਾਂ ਦੀ ਅਰਦਾਸ ਕੀਤੀ ਕਿ ਜਿਨ੍ਹਾਂ ਖਜ਼ਾਨਿਆਂ ਚੋਂ ਇਹ ਮਾਇਆ ਉਤਰੀ ਹੈ ਮਹਾਰਾਜ, ਉਹ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਔਰ ਉਹ ਮਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਵਾਲੇ ਕੀਤੀ। ਬੰਦੇ ਬਦੀ ਖਾਲਸੇ ਪ੍ਰੀਤ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨ ਵਿੱਚ ਖਾਲਸੇ ਪੰਥ ਪ੍ਰਤੀ ਬਹੁਤ ਜ਼ਿਆਦੀ ਪ੍ਰੀਤ ਤੇ ਸਤਿਕਾਰ ਵੱਧ ਗਿਆ। ਜਦੋਂ ਖਾਲਸੇ ਦੀ ਕਲਾ ਵੇਖੀ, ਕਲਗੀਧਰ ਜੀ ਨੇ ਕਿਹਾ ਸੀ ਨਾ ਵੀ ਮੈਂ ਆਪਣੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਤਾਕਤਾਂ, ਸਾਰਾ ਤੇਜ, ਸਾਰਾ ਪ੍ਰਤਾਪ ਆਪਣੇ ਖਾਲਸੇ ਨੂੰ ਦੇ ਦਿੱਤਾ। ਅੱਜ ਜ਼ਾਹਰ ਪ੍ਰਤਾਪ ਵੇਖ ਲਿਆ ਖਾਲਸੇ ਦਾ ਬਾਬਾ ਬੰਦਾ ਸਿੰਘ ਜੀ ਨੇ, ਤੇ ਇਸ ਦਿਨ ਤੋਂ ਬਾਅਦ ਬਾਬਾ ਜੀ ਦੇ ਮਨ ਵਿੱਚ ਖਾਲਸੇ ਪੰਥ ਪ੍ਰਤੀ ਪ੍ਰੀਤ ਤੇ ਪ੍ਰੇਮ ਵੱਧ ਗਿਆ। ਨਿਸ਼ਚੈ ਪਇਓ ਬੰਦੇ ਮਦ ਚੀਤ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨ ਵਿੱਚ ਗੁਰੂ ਸਾਹਿਬ ਜੀ ਉੱਤੇ ਔਰ ਗੁਰੂ ਖਾਲਸੇ ਪੰਥ ਉੱਤੇ ਪਰਪੱਕ ਨਿਸ਼ਚਾ ਬਣ ਆਇਆ। ਬੰਦੇ ਖਾਲਸੇ ਦੀਵਾਨ ਲਗਾਵੇ। ਬਾਬਾ ਜੀ ਰਸਤੇ ਵਿੱਚ ਅਕਸਰ ਦੀਵਾਨ ਸਜਾਉਂਦੇ ਨੇ। ਖਾਲਸੇ ਦਾ ਦੀਵਾਨ ਸਜਦਾ ਹੈ, ਤਿਆਰ ਬਰ ਤਿਆਰ ਸਿੰਘ ਦੀਵਾਨ ਵਿੱਚ ਸਜਦੇ ਹਨ। ਅਕਾਲ ਉਸਤਤ ਵਾਰ ਚੰਡੀ ਪੜਾਵੇ। ਬਾਬਾ ਬੰਦਾ ਸਿੰਘ ਜੀ ਦੀ ਨਵੀਂ ਭਰਤੀ ਹੈ, ਉਹ ਹਾਲੇ ਗੁਰੂ ਘਰ ਦੇ ਵਿੱਚ ਜਿਹੜੀ ਮਰਿਆਦਾ ਉਹ ਸਿੱਖ ਰਹੇ ਨੇ, ਗੁਰਬਾਣੀ ਸੁਣਦੇ ਨੇ। ਸਿੰਘ ਜਦੋਂ ਦੀਵਾਨ ਸਜਾਉਂਦੇ ਨੇ, ਅਕਾਲ ਉਸਤਤ ਬਾਣੀ ਦਾ ਜਾਪ ਕਰਾਉਂਦੇ। ਬਾਬਾ ਜੀ ਕਹਿੰਦੇ ਦਸਵੇਂ ਪਾਤਸ਼ਾਹ ਦੀ ਬਾਣੀ ਸੁਣਾਓ। ਸਿੰਘ ਅਕਾਲ ਉਸਤਤ ਬਾਣੀ ਦਾ ਪਾਠ ਕਰਦੇ ਨੇ, ਚੰਡੀ ਦੀ ਵਾਰ ਦਾ ਪਾਠ ਕਰਦੇ ਨੇ, ਚੰਡੀ ਚਰਿੱਤਰ ਦਾ ਜਾਪ ਕਰਦੇ ਹਨ। ਅਕਾਲ ਅਕਾਲ ਕਾ ਜਾਪ ਜਪਾਵੇ। ਅਕਾਲ ਹੀ ਅਕਾਲ, ਅਕਾਲ ਹੀ ਅਕਾਲ ਦਾ ਜਾਪ ਜਪਾਉਂਦੇ ਹਨ। ਵਾਹਿਗੁਰੂ ਵਾਹਿਗੁਰੂ ਸਦਾ ਮੁਖ ਗਾਵੇ। ਕਦੇ ਰਸਨਾ ਤੇ ਸਿੰਘਾਂ ਦੇ ਅਕਾਲ, ਅਕਾਲ ਇਹ ਬੋਲਾ ਹੁੰਦਾ, ਕਦੇ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਇਹ ਆਪਣੇ ਮੁਖੋਂ ਸਿੰਘ ਜਾਪ ਜਪਦੇ। ਬਾਬਾ ਜੀ ਸਾਰੇ ਸਿੰਘਾਂ ਦੇ ਦਰਸ਼ਨ ਕਰਦੇ, ਖਾਲਸੇ ਪੰਥ ਦੀ ਇਹ ਮਰਿਆਦਾ ਵੇਖਦੇ ਆ, ਦਰਸ਼ਨ ਕਰਦੇ ਨੇ। ਅਕਾਲ ਅਕਾਲ ਦਾ ਜਾਪ ਜਪਦੇ ਜਪਾਉਂਦੇ ਨੇ। ਤਕਰੀਬਨ ਸਿੰਘ ਜਦੋਂ ਵੀ ਇੱਕ ਦੂਜੇ ਨੂੰ ਆਵਾਜ਼ ਵੀ ਮਾਰਦੇ ਆ ਨਾ, ਦੂਰ ਖੜਾ ਹੋਵੇ ਸਿੰਘ ਤੇ ਦੂਰ ਖੜੇ ਸਿੰਘ ਨੂੰ ਵੇਖ ਕੇ ਉਹਦਾ ਨਾਂ ਨਹੀਂ ਲੈਂਦੇ, ਦੂਰੋਂ ਕਹਿੰਦੇ ਅਕਾਲ। ਉਹ ਜਦੋਂ ਸੁਣ ਲੈਂਦਾ ਤੇ ਉਹ ਵੀ ਅੱਗੋਂ ਜਵਾਬ ਦਿੰਦਾ ਅਕਾਲ। ਏਦਾਂ ਬੋਲੇ ਹੁੰਦੇ ਆ ਖਾਲਸੇ ਦੇ। ਮਿਲਦੇ ਆ, ਫਤਿਹ ਗਜਾਉਂਦੇ ਆ, ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਨੇ ਸਦਾ। ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਗਾਇਨ ਕਰਦੇ ਹਨ। ਦੋਹਰਾ ਬੰਦਾ ਪੰਜਾਬੇ ਕੋ ਚੜਿਓ, ਲਿਓ ਖਾਲਸੇ ਸਾਥ। ਇਹਦਾ ਖਾਲਸੇ ਨੂੰ ਤਿਆਰ ਬਰ ਤਿਆਰ ਸਿੰਘਾਂ ਨੂੰ, ਬਾਬਾ ਵਿਨੋਦ ਸਿੰਘ ਜੀ ਵਰਗੇ ਗੁਰਮੁਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਨਾਲ ਲਿਆ। ਔਰ ਪੰਜਾਬ ਵਾਲੇ ਪਾਸੇ ਦਿਨ ਪ੍ਰਤੀ ਦਿਨ ਕੂਚ ਕਰਦੇ ਵੱਧਦੇ ਜਾ ਰਹੇ ਹਨ। ਲੈਨ ਬੈਰ ਗੁਰ ਸੁਤਨ ਸੁਨ, ਆਟੇ ਕੈ ਸਿੱਖ ਮਾਥ। ਰਸਤੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਪੰਥ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਸਰਹੰਦ ਨੂੰ ਜਾ ਰਿਹਾ ਹੈ, ਤਾਂ ਉਸ ਵੇਲੇ ਬਹੁਤ ਸਾਰੇ ਸਿੱਖ ਆ ਕੇ ਪੰਥ ਦੇ ਵਿੱਚ ਸ਼ਾਮਲ ਹੁੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਜਾ ਕੇ ਹਾਜ਼ਰੀ ਭਰਦੇ ਨੇ ਔਰ ਪੰਥ ਵਿੱਚ ਸ਼ਮੂਲੀਅਤ ਕਰਦੇ ਹਨ। ਜੋ ਪਈ ਜੈ ਬੰਦਾ ਆਨ ਪਲਕ ਖਲੋਵੇ। ਜਿੱਥੇ ਪਲਕ ਭਰ ਦਾ ਸਮਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਕੇ ਖੜਦੇ ਹਨ। ਰਿੱਧੀ ਆਨ ਉਆ ਸਿੱਖਨ ਟੋਵੇ। ਕਹਿੰਦੇ ਉੱਥੇ ਬੇਅੰਤ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਆ ਪਹੁੰਚਦੀਆਂ ਹਨ ਔਰ ਬੇਅੰਤ ਗੁਰੂ ਕੇ ਸਿੱਖ ਉੱਥੇ ਹਾਜ਼ਰੀਆਂ ਭਰਦੇ ਹਨ। ਜੋ ਵੀਰ ਬੰਦੇ ਥੇ ਪਾਸ। ਜਿਹੜੇ ਵੀਰ ਬਾਬਾ ਬੰਦਾ ਸਿੰਘ ਬਹਾਦਰ ਦੇ ਤਾਬਿਆਂ ਹਨ। ਆਵੇ
ਸਿੱਖਨ ਸੁਨ ਅਰਦਾਸ। ਔਰ ਕਹਿੰਦੇ ਸਿੱਖਾਂ ਦੀ ਅਰਦਾਸ ਸੁਣ ਕੇ ਉਹ ਵੀ ਆ ਕੇ ਹਾਜ਼ਰ ਹੋ ਜਾਂਦੇ ਹਨ ਬਾਬਾ ਬੰਦਾ ਸਿੰਘ ਦੀ ਸਹਾਇਤਾ ਵਾਸਤੇ। ਯੋਂ ਕਰ ਬੰਦੇ ਭਾਈ ਪ੍ਰਤੀਤ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨ ਵਿੱਚ ਖਾਲਸੇ ਪੰਥ ਦੀ ਪ੍ਰਤੀਤ ਹੋ ਗਈ ਹੈ। ਪੰਥ ਦਾ ਭਰੋਸਾ ਹਿਰਦੇ 'ਚ ਬਣ ਗਿਆ ਹੈ ਕਿ ਖਾਲਸਾ ਹੋਵੇ ਖੁਦ ਖੁਦਾ, ਕਿ ਖਾਲਸਾ ਖੁਦ ਖੁਦਾ ਸਵਰੂਪ ਹੈ। ਤਬ ਬੰਦਾ ਪਇਓ ਨਿਸ਼ਚਲ ਚੀਤ। ਮਨ ਕਰਕੇ ਨਿਸ਼ਚਲ ਹੋ ਗਏ ਬਾਬਾ ਬੰਦਾ ਸਿੰਘ ਜੀ। ਖਾਲਸੇ ਦੇ ਉੱਤੇ ਪੂਰਨ ਪ੍ਰਤੀਤ ਤੇ ਭਰੋਸਾ ਬਾਬਾ ਜੀ ਦਾ ਬਣ ਗਿਆ। ਪੁੱਤ ਮੰਗੈ ਤਿਸ ਦੁਆਏ ਪੂਤ। ਜੇ ਕੋਈ ਰਸਤੇ ਵਿੱਚ ਲੋੜਵੰਦ ਆ ਕੇ ਕਹਿੰਦਾ ਸਾਡੇ ਘਰੇ ਪੁੱਤ ਹੋ ਜਾਏ, ਤੇ ਬਾਬਾ ਬੰਦਾ ਸਿੰਘ ਜੀ ਸਿੰਘਾਂ ਕੋਲੋਂ ਅਰਦਾਸਾ ਕਰਾਉਂਦੇ ਐ। ਸਮਾਂ ਪਾ ਕੇ ਉਹਦੇ ਘਰ ਪੁੱਤ ਦਾ ਜਨਮ ਹੋ ਜਾਂਦਾ ਹੈ। ਏਦਾਂ ਜੇ ਕੋਈ ਆ ਕੇ ਦੁੱਧ ਮੰਗਦਾ ਹੈ ਤਾਂ ਉਹਦੀ ਅਰਦਾਸ ਕਰਾਉਂਦੇ ਆ ਸਿੰਘਾਂ ਕੋਲੋਂ, ਤਾਂ ਉਹਨੂੰ ਦੁੱਧ ਪੁੱਤ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਧ ਮੰਗਤ ਦੇ ਦੁੱਧ ਬਹੁਤ। ਤੇ ਜੇ ਕੋਈ ਹੋਰ ਵਸਤੂ ਆ ਕੇ ਮੰਗਦਾ, ਧਨ ਮੰਗਦਾ, ਕੁਝ ਵੀ ਮੰਗਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਲੋਕ ਅਰਦਾਸ ਕਰਦੇ ਨੇ ਤੇ ਬਾਬਾ ਜੀ ਖਾਲਸੇ ਨੂੰ ਕਹਿੰਦੇ ਸਿੰਘੋ ਅਰਦਾਸ ਕਰੋ ਇਹਨਾਂ ਦੀ। ਜਦੋਂ ਖਾਲਸਾ ਅਰਦਾਸ ਕਰਦਾ ਤਾਂ ਉਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਪ੍ਰਾਨ ਕੇ ਬਚਈਆ, दूध पूत के दवैया, रोग सोग के मटैया, किदो मानी महामान हो। ਇਹ ਬਰਕਤਾਂ ਗੁਰੂ ਖਾਲਸੇ ਦੇ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਸੰਗਤ ਨੂੰ ਦਵਾਉਂਦੇ ਹਨ। ਜੇਕਰ ਕੋਈ ਦੁਖੀਆ ਆਵੇ, ਤੇ ਜੇ ਕੋਈ ਦੁਖੀ ਆਉਂਦਾ, ਕੋਈ ਦਲਿਦਰੀ ਆਉਂਦਾ, ਕਿਸੇ ਨੂੰ ਕੋਈ ਦੁੱਖ ਹੈ, ਤਕਲੀਫ ਹੈ, ਕਰ ਅਰਦਾਸ ਤਿਸ ਦੁੱਖ ਮਿਟਾਵੇ। ਬਾਬਾ ਜੀ ਉਸ ਦੁਖੀਏ ਦੀ ਅਰਦਾਸ ਕਰਾਉਂਦੇ ਆ ਸਿੰਘਾਂ ਕੋਲੋਂ, ਖਾਲਸੇ ਕੋਲੋਂ ਅਰਦਾਸ ਕਰਾ ਕੇ ਉਹਨਾਂ ਦੁਖੀਆਂ ਦੇ ਦੁੱਖ ਦੂਰ ਕਰਾਉਂਦੇ ਨੇ। ਵਾਹਿਗੁਰੂ ਕਾ ਜਾਪ ਜਪਾਵੇ, ਨਾਲੇ ਕਹਿੰਦੇ ਭਾਈ ਵਾਹਿਗੁਰੂ ਜਪਿਆ ਕਰੋ। ਬਾਬਾ ਬੰਦਾ ਸਿੰਘ ਬਹਾਦਰ ਆਪ ਵੀ ਜਪਦੇ ਨੇ ਵਾਹਿਗੁਰੂ, ਤੇ ਨਾਲੇ ਜਿਹੜਾ ਕੋਈ ਆਉਂਦਾ ਦੁਖੀਆ ਦੀਨ ਉਹਦੀ ਅਰਦਾਸ ਕਰਾ ਕੇ ਫਿਰ ਉਹਨੂੰ ਕਹਿੰਦੇ ਆ ਭਾਈ ਵਾਹਿਗੁਰੂ ਜਪਿਆ ਕਰੋ, ਨਾਮ ਜਪਿਆ ਕਰੋ, ਭਜਨ ਕਰਿਆ ਕਰੋ। ਜੋ ਮੰਗੇ ਤਿਸ ਸੋ ਦਿਵਾਵੇ। ਆ ਕੇ ਗੱਲ ਕੀ, ਜਿਹੜਾ ਕੋਈ ਜੋ ਮੰਗਦਾ ਆ ਕੇ ਬਾਬਾ ਜੀ ਖਾਲਸੇ ਕੋਲੋਂ ਦਵਾਉਂਦੇ ਆ ਉਹਨਾਂ ਨੂੰ। ਇਹ ਨਹੀਂ ਕਹਿੰਦੇ ਵੀ ਮੈਂ ਦਿੱਤਾ, ਕਹਿੰਦੇ ਖਾਲਸਾ ਅਰਦਾਸ ਕਰੇਗਾ ਤੁਹਾਨੂੰ ਮਿਲ ਜਾਏਗਾ, ਪੰਜ ਸਿੰਘ ਅਰਦਾਸ ਕਰਨਗੇ ਮਿਲ ਜਾਏਗਾ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਖਾਲਸੇ ਕੋਲੋਂ ਅਰਦਾਸ ਕਰਾ ਕੇ ਜੋ ਕੋਈ ਆ ਕੇ ਮੰਗਦਾ ਉਹਨੂੰ ਦਵਾ ਦਿੰਦੇ ਹਨ। ਐਸੀ ਜਗ ਮੈਂ ਪਰ ਗਈ ਤਾਂਕ। ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਹ ਸੋਭਾ, ਇਹ ਵਡਿਆਈ ਜਗਤ ਦੇ ਵਿੱਚ ਪ੍ਰਗਟ ਹੋਈ। ਆਏ ਮਿਲੇ ਰਾਣਾ ਓ ਰਾਂਕ, ਕਈ ਰਾਜੇ ਆ ਕੇ ਮਿਲਣ ਲੱਗ ਪਏ ਰਸਤੇ ਵਿੱਚ, ਕਈ ਰੰਕ ਭਖਾਰੀ ਜਿਹੜੇ ਗਰੀਬੜੇ ਨੇ ਉਹ ਵੀ ਆ ਕੇ ਮਿਲਦੇ ਨੇ। ਦੂਰੇ ਤੇ ਜੋ ਨਿੰਦਤ ਆਵੇ, ਦੂਰੋਂ ਜਿਹੜੇ ਨਿੰਦਾ ਕਰਦੇ ਆਉਂਦੇ ਆ ਨਾ ਬੰਦੇ ਦੀ ਤੇ ਸਿੰਘਾਂ ਦੀ, ਹੈਣ ਕਈ ਨਿੰਦਕ ਵੀ ਹੁੰਦੇ ਆ, ਬਨ ਦੀ ਲੱਕੜੀ ਆ ਸੰਸਾਰ ਦੇ ਵਿੱਚ। ਕਹਿੰਦੇ ਜਿਹੜੇ ਦੂਰੋਂ ਨਿੰਦਾ ਕਰਦੇ ਆਉਂਦੇ ਨੇ, ਹੋਏ ਨੇੜੇ ਉਹ ਚਰਨੀ ਪਾਵੇ। ਜਦੋਂ ਕੋਲ ਆਉਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਦਰਸ਼ਨ ਕਰਦੇ ਨੇ ਤੇ ਵੇਖਦੇ ਆ ਚਰਨੀ ਢਹਿ ਪੈਂਦੇ, ਕਿਉਂਕਿ ਬਾਬਾ ਜੀ ਦੇ ਬਾਰੇ ਲੋਕਾਂ ਨੇ ਨਿੰਦਾ ਭਰੇ ਬੋਲ ਵੀ ਬਹੁਤ ਕਹੇ ਸਾਨੂੰ ਨਾ ਵੇਲਿਆਂ 'ਚ। ਜਿਹੜੇ ਦੂਰੋਂ ਨਿੰਦਾ ਕਰਦੇ ਆਉਂਦੇ ਸੀ, ਵੇਖਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨੀ ਢਹਿ ਪੈਂਦੇ ਹਨ। ਜੇ ਬੰਦਾ ਆਏ ਡੇਰਾ ਕਰੇ, ਇਸ ਜਗ੍ਹਾ ਤੇ ਜਿਸ ਥਾਂ ਤੇ ਆ ਕੇ ਬਾਬਾ ਜੀ ਡੇਰਾ ਕਰਦੇ ਹਨ, ਕਾਢ ਮੋਹਰ ਸੋ ਟੈਂਬੋ ਤਰੇ। ਕਹਿੰਦੇ ਬਾਬਾ ਜੀ ਦੇ ਕੋਲ, ਬਾਬਾ ਬੰਦਾ ਸਿੰਘ ਬਹਾਦਰ ਕੋਲ ਵੀ ਇਹ ਅਜ਼ਮਤ ਹੈ ਕਿ ਜਿੱਥੇ ਆ ਕੇ ਬਹਿ ਜਾਂਦੇ, ਥੱਲੇ ਆਸਣ ਦੇ ਥੱਲੇ ਸ਼ਰਫੀਆਂ ਕੱਢੀ ਜਾਂਦੇ ਸੋਨੇ ਦੀਆਂ। ਜਿਹੜਾ ਵੀ ਕੋਈ ਆਉਂਦਾ ਸ਼ਰਫੀ ਕੱਢ ਕੇ ਕਹਿੰਦੇ ਲੈ ਤੂੰ ਲੈ ਲੈ। ਹੁਣ ਹੈਰਾਨ ਨੇ ਲੋਕ ਵੀ ਜਿੱਥੇ ਆ ਕੇ ਬਹਿ ਜਾਂਦੇ ਨੇ, ਇਹ ਥੱਲਿਓਂ ਸ਼ਰਫੀਆਂ ਪਤਾ ਨਹੀਂ ਕਿੱਥੋਂ ਕੱਢੀ ਜਾਂਦੇ ਨੇ। ਹਾਂਜੀ, ਦੀਵੇ ਪਾਵੇ ਤੇਲੀ ਤੇਲ। ਹੁਣ ਸਿੰਘਾਂ ਦੇ ਵਿੱਚ ਕਈ ਤੇਲ ਦੀਵੇ ਜਗਾਉਣ ਵਾਲੇ, ਉਹਨਾਂ ਨੂੰ ਚਿਰਾਗੀਏ ਕਹਿ ਦਿੰਦੇ ਆ। ਚਿਰਾਗੀਏ ਵੀ ਹੁੰਦੇ ਸੀ ਵੀ ਰਾਤ ਸਮੇਂ ਜਿਨ੍ਹਾਂ ਦੀ ਡਿਊਟੀ ਹੁੰਦੀ ਸੀ ਵੀ ਜਿੱਥੇ ਡੇਰਾ ਹੋਣਾ ਉੱਥੇ ਤੁਸੀਂ ਦੀਵੇ ਜਗਾਉਣਾ, ਤੇਲ ਪਾਉਣਾ ਦੀਵਿਆਂ 'ਚ।
ਤੇ ਜਿਹੜਾ ਕੋਈ ਦੀਵਿਆਂ 'ਚ ਤੇਲ ਪਾਉਂਦਾ ਸੀ, ਉਹਨੇ ਜਦੋਂ ਬੰਦਾ ਬਹਾਦਰ ਜੀ ਨੂੰ ਆ ਕੇ ਮਿਲਣਾ ਤੇ ਉਹਨੂੰ ਵੀ ਅਸ਼ਰਫੀ ਕੱਢ ਕੇ ਦੇ ਦੇਣੀ, ਆ ਲਾ ਵੀ ਤੇਰਾ ਮਿਹਨਤਾਨਾ। ਹਾਂਜੀ, ਇੱਕ ਮੋਹਰ ਤੈਂ ਦੇਵੇਂ ਮੇਲ, ਉਹਨੂੰ ਇੱਕ ਮੋਹਰ ਕੱਢ ਕੇ ਦੇ ਦੇਣੀ ਵੀ ਆ ਲੈ ਲੈ। ਠੂਠੀ ਭਾਂਡਾ ਲਿਆਵੇ ਕੁਮਿਆਰ, ਜੇ ਕੋਈ ਕੁਮਿਆਰ ਕੋਈ ਭਾਂਡਾ ਲੈ ਕੇ ਆਵੇ ਜਾਂ ਕੋਈ ਘੜਾ ਲੈ ਕੇ ਆਵੇ ਜਾਂ ਕੋਈ ਠੂਠਾ ਕੁੱਜਾ ਲੈ ਕੇ ਆਵੇ, ਉਹ ਲਿਆ ਕੇ ਬਾਬਾ ਜੀ ਨੂੰ ਭੇਟ ਕਰਦੇ, ਬਾਬਾ ਜੀ ਲੰਗਰਾਂ ਵਾਸਤੇ ਲਿਆਏ ਆ, ਇਹ ਮਿੱਟੀ ਦੇ ਭਾਂਡੇ ਲੈ ਕੇ ਆਏ ਆ। ਏਦਾਂ ਜਦੋਂ ਆ ਕੇ ਬਾਬਾ ਜੀ ਨੂੰ ਮਿਲਦੇ ਹਨ, ਦੇਵੇਂ ਮੋਹਰ ਕੱਢ ਖੀਸਿਓਂ ਡਾਰ, ਉਹਨਾਂ ਨੂੰ ਵੀ ਆਪਣੇ ਖੀਸੇ 'ਚ ਹੱਥ ਪਾਉਂਦੇ ਤੇ ਅਸ਼ਰਫੀ ਕੱਢ ਕੇ ਕਹਿੰਦੇ ਆ ਲੈ ਤੂੰ ਵੀ ਲੈ ਜਾ ਬਈ। ਅਸ਼ਰਫੀ ਬਹੁਤ ਹੁੰਦੀ ਸੀ ਉਹਨਾਂ ਵੇਲਿਆਂ 'ਚ, ਸੋਨੇ ਦੀ ਅਸ਼ਰਫੀ ਕੱਢਦੇ ਜਾਂ ਮੋਹਰ ਕੱਢਦੇ ਨੇ, ਉਹ ਦੇ ਕੇ ਉਹਨੂੰ ਭੇਜਦੇ ਹਨ। ਲੱਕੜੀ ਚੂੜੋ ਲਿਆਵੇਂ ਜੋਈ, ਤੇ ਜੇ ਕੋਈ ਲੱਕੜੀ ਵੱਢ ਕੇ ਲਿਆਉਂਦਾ, ਬਾਲਣ ਲੈ ਕੇ ਆਉਂਦਾ ਲੰਗਰ ਵਾਸਤੇ, ਲੱਕੜਾਂ ਕੱਟ ਕੇ ਲੈ ਕੇ ਆਉਂਦਾ ਵੀ ਲੰਗਰਾਂ ਦੇ ਵਿੱਚ ਲੋੜ ਹੁੰਦੀ ਹੈ, ਤੇ ਜੇ ਕੋਈ ਲੱਕੜ ਵੱਢ ਕੇ ਲਿਆਉਂਦਾ, ਮੋਹਰ ਖੀਸਿਓਂ ਦੇਵੇਂ ਹੋਈ, ਉਹਨੂੰ ਵੀ ਆਪਣੇ ਖੀਸੇ 'ਚੋਂ ਮੋਹਰ ਕੱਢ ਕੇ ਦਿੰਦੇ, ਇੰਨਾ ਦਾਨੀ ਸੁਭਾਅ ਹੈ। ਦੋਹਰਾ ਖਾਲੀ ਕਿਸੇ ਸੋਨੇ ਛੜੇ, ਮੋਹਰ ਸੁਦਏ ਫੜਾਏ। ਗੱਲ ਕੀ ਕੋਈ ਆ ਜਾਏ, ਕੋਈ ਪਾਣੀ ਦੀ ਮਸ਼ਕ ਭਰ ਕੇ ਲੈ ਆਵੇ, ਕੋਈ ਗਾਗਰ ਭਰ ਕੇ ਲੈ ਆਵੇ, ਉਹਨੂੰ ਅਸ਼ਰਫੀ। ਏਦਾਂ ਜਿਹੜਾ ਵੀ ਕੋਈ ਸੇਵਾਵਾਂ ਨਿਭਾਉਂਦਾ ਹੈ, ਸਭ ਨੂੰ ਅਸ਼ਰਫੀ ਖੀਸੇ 'ਚੋਂ ਕੱਢ ਕੱਢ ਕੇ ਦੇਈ ਜਾਂਦੇ ਨੇ। ਪਤਾ ਨਹੀਂ ਵੀ ਖੀਸੇ 'ਚ ਆਉਂਦੀਆਂ ਕਿੱਥੋਂ ਨੇ, ਕੱਢ ਕੇ ਜ਼ਰੂਰ ਦੇਈ ਜਾਂਦੇ ਹਨ। ਤੋ ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਹ ਸੋਭਾ ਸਾਰੇ ਪਾਸੇ ਉਜਾਗਰ ਹੋਣ ਲੱਗੀ। ਜੋ ਆਵੇ ਉਸ ਜੂਦ ਹੋਏ, ਤੈਂ ਸੰਗ ਲਏ ਚੜਾਏ। ਜਿਹੜਾ ਆਉਂਦਾ ਉਹ ਬਾਬਾ ਜੀ ਦੇ ਨਾਲ ਹੀ ਹੋ ਜਾਂਦਾ। ਕਹਿੰਦੇ ਅਸੀਂ ਤਾਂ ਬਾਬਾ ਬੰਦਾ ਬਹਾਦਰ ਦੀ ਫੌਜ 'ਚ ਹੀ ਭਰਤੀ ਹੋ ਜਾਂਦੇ ਵੀ ਇੱਥੇ ਤਾਂ ਰੋਜ਼ ਅਸ਼ਰਫੀਆਂ ਮਿਲਦੀਆਂ ਨੇ, ਖਜ਼ਾਨਾ ਮਿਲਦਾ, ਉਹ ਬਾਬਾ ਜੀ ਦੇ ਨਾਲ ਹੀ ਚੜ ਪੈਂਦਾ। ਏਦਾਂ ਫੌਜਾਂ ਜਿਹੜੀਆਂ ਨੇ ਰੋਜ਼ ਉਹ ਵਧਣ ਲੱਗੀਆਂ ਹਨ। ਦੋਹਰਾ ਬੰਦੇ ਪੈ ਸੁਨ ਮਾਲ ਬਹੁ, ਪਰੀ ਰਹਾ ਵੱਡ ਤਾਰ। ਹੁਣ ਲੋਕਾਂ ਵਿੱਚ ਚਰਚਾ ਛਿੜ ਗਈ ਕਿ ਬੰਦੇ ਬਹਾਦਰ ਦੇ ਕੋਲ ਕੋਈ ਖਜ਼ਾਨਾ ਆ ਪੁਰਾਣਾ ਲੱਭਿਆ ਹੋਇਆ। ਤਦੇ ਤੇਲ ਪਾਣ ਵਾਲੇ ਤੇਲੀਆਂ ਨੂੰ ਵੀ ਅਸ਼ਰਫੀ, ਲੱਕੜ ਵੱਢ ਕੇ ਲਿਆਉਣ ਵਾਲਿਆਂ ਨੂੰ ਵੀ ਅਸ਼ਰਫੀ, ਕੋਈ ਪਾਣੀ ਦੀ ਮਸ਼ਕ ਭਰ ਕੇ ਲੈ ਆਵੇ ਉਹਨੂੰ ਵੀ ਅਸ਼ਰਫੀ, ਕੋਈ ਮਿੱਟੀ ਦਾ ਭਾਂਡਾ ਬਣਾ ਕੇ ਘੁਮਿਆਰ ਲਿਆ ਕੇ ਭੇਟ ਕਰ ਦੇ ਉਹਨੂੰ ਵੀ ਅਸ਼ਰਫੀ। ਇਹਦੇ ਕੋਲ ਕੋਈ ਪੁਰਾਣਾ ਖਜ਼ਾਨਾ ਮਿਲਿਆ ਇਹਨੂੰ। ਇਹ ਰੌਲਾ ਸਾਰੇ ਪਾਸੇ ਪੈ ਗਿਆ। ਸਿੰਘਨ ਨੇ ਫੜ ਸੋ ਲਏ, ਕੂਟ ਲੂਟ ਉਹ ਮਾਰ। ਕੀ ਹੋਇਆ, ਰਸਤੇ ਵਿੱਚ ਕੁਝ ਧਾੜਵੀ ਜਿਨ੍ਹਾਂ ਦਾ ਕੰਮ ਹੁੰਦਾ ਰਾਹ ਮਾਰੀ ਕਰਨੀ, ਉਹ ਧਾੜਵੀ ਜਿਹੜੇ ਸਨ ਉਹ ਆਪ ਪਏ ਵੀ ਬੰਦੇ ਦੇ ਕੋਲੋਂ ਖਜ਼ਾਨਾ ਲੁੱਟੀਏ। ਉਹਨਾਂ ਨੇ ਜਦੋਂ ਆ ਕੇ ਹਮਲਾ ਕੀਤਾ ਤੇ ਅੱਗੇ ਲੁੱਟਣ ਆਏ ਕਿਹਨਾਂ ਨੂੰ, ਖਾਲਸੇ ਨੂੰ, ਸਿੰਘਾਂ ਨੂੰ। ਉਹਨਾਂ ਨੂੰ ਕੌਣ ਲੁੱਟ ਕੇ ਲਿਜਾ ਸਕਦਾ ਸੀ। ਜਦੋਂ ਆਏ ਉਹਨਾਂ ਨੇ ਤਾਂ ਸੋਚਿਆ ਵੀ ਆਮ ਕੋਈ ਸਧਾਰਨ ਜਿਹੇ ਲੋਕ ਹੋਣਗੇ, ਉਦਾਂ ਸੁਣ ਲਿਆ ਵੀ ਇਹਨਾਂ ਕੋਲ ਖਜ਼ਾਨਾ ਬੜਾ। ਜਦੋਂ ਲੁੱਟਣ ਆਏ ਉਹ ਸਾਰੇ ਕਾਬੂ ਕਰ ਲਏ ਸਿੰਘਾਂ ਨੇ, ਫੜ ਕੇ ਮੁਸ਼ਕਾਂ ਬੰਨ ਛੱਡੀਆਂ ਉਹਨਾਂ ਦੀਆਂ। ਕੋਈ ਠਹਿਰ ਜੋ, ਤੁਸੀਂ ਖਾਲਸੇ ਨੂੰ ਲੁੱਟਣ ਆਏ ਹੋ? ਖਾਲਸਾ ਤਾਂ ਅਬਦਾਲੀ ਨੂੰ ਲੁੱਟਣ ਦਾ ਦਾਵਾ ਰੱਖਦਾ, ਨਾਦਰ ਨੂੰ ਲੁੱਟਣ ਦਾ ਦਾਵਾ ਰੱਖਦਾ। ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਉਹ ਸਾਰੀਆਂ ਬਾਤਾਂ। ਤੇ ਤੁਸੀਂ ਖਾਲਸੇ ਨੂੰ ਲੁੱਟਣ ਆਉਣ ਵਾਲੇ ਹੋ, ਕਿਹੜੇ ਹੋ ਤੁਸੀਂ? ਫੜ ਕੇ ਸਾਰੇ ਬੰਨ ਛੱਡੇ ਸਿੰਘਾਂ ਨੇ। ਚੌਪਈ ਜਿਸ ਨਿਸ ਚੋਰ ਧਾੜ ਕੋ ਆਵੇ। ਇੱਕ ਵਾਰੀ ਨਹੀਂ ਕਈ ਵਾਰ ਹੁੰਦਾ, ਕਈ ਵਾਰੀ ਚੋਰ ਆ ਜਾਂਦੇ ਚੋਰੀ ਕਰਨ ਵਾਸਤੇ, ਵੀ ਖਜ਼ਾਨਾ ਬੜਾ ਬੰਦੇ ਕੋਲ। ਜਿੱਥੇ ਬੰਦਾ ਬਹਾਦਰ ਜੀ ਬਹਿੰਦੇ ਉੱਥੇ ਆ ਕੇ ਜ਼ਮੀਨਾਂ ਪੁੱਟ-ਪੁੱਟ ਵੇਖਦੇ ਵੀ ਥੱਲੇ ਖਜ਼ਾਨਾ ਦੱਬਿਆ। ਏਦਾਂ ਆ ਕੇ ਕਹਿੰਦੇ ਜਿਸ ਰਾਤ ਨੂੰ ਚੋਰਾਂ ਨੇ ਆਉਣਾ ਹੁੰਦਾ ਹੈ ਜਾਂ ਧਾੜਵੀਆਂ ਨੇ ਆਉਣਾ ਹੁੰਦਾ ਹੈ, ਸੋ ਪਹਿਲੇ ਖਾਲਸੇ ਬੰਦਾ ਬਤਾਵੇ। ਬਾਬਾ ਬੰਦਾ ਸਿੰਘ ਜੀ ਖਾਲਸੇ ਨੂੰ ਪਹਿਲਾਂ ਹੀ ਦੱਸ ਦਿੱਤੇ ਆ, ਸਿੰਘੋ ਅੱਜ ਰਾਤ ਨੂੰ ਚੋਰਾਂ ਨੇ ਆਉਣਾ, ਮੈਨੂੰ ਦਿਸਦਾ। ਅੱਜ ਰਾਤ ਨੂੰ ਧਾੜਵੀਆਂ ਨੇ ਆਉਣਾ, ਮੈਨੂੰ ਨਜ਼ਰੀ ਆ ਰਿਹਾ। ਏਦਾਂ ਸਿੰਘਾਂ ਨੂੰ ਪਹਿਲਾਂ ਹੀ ਦੱਸ ਦੇਣਾ ਤੇ ਸਿੰਘਾਂ ਨੇ ਤਿਆਰੀ ਕਰ ਛੱਡਣੀ ਵੀ ਜੇ ਆਏ ਤਾਂ ਆਉਂਦਿਆਂ ਧਰ ਦਬੋਚਾਂਗੇ, ਦੱਬੇ ਪੈਰੀ ਲੁਕ ਬਹਿਣਾ ਵੀ ਜਦੋਂ ਆਉਣਗੇ ਤੇ ਪਿੱਛੋਂ ਇੱਕਦਮ ਅਚਨਚੇਤ ਹਮਲਾ ਕਰਕੇ ਧਰ ਦਬੋਚਾਂਗੇ। ਏਦਾਂ ਬਾਬਾ ਜੀ ਨੇ ਪਹਿਲਾਂ ਹੀ ਦੱਸ ਦੇਣਾ।
ਜਦੋਂ ਰਾਤ ਨੂੰ ਕਿਤੇ ਚੋਰ ਨੇ ਜਾਂ ਕਿਸੇ ਧਾੜਵੀ ਨੇ ਆਉਣਾ ਹੁੰਦਾ, ਰਹੇ ਤਿਆਰ ਉਸ ਲੇਵੇਂ ਮਾਰ। ਤੇ ਸਿੰਘ ਰਾਤ ਨੂੰ ਤਿਆਰੀ ਕਰ ਛੱਡਦੇ ਸਨ, ਤੇ ਜਦੋਂ ਕੋਈ ਚੋਰ ਆਉਣਾ, ਜਦੋਂ ਕੋਈ ਧਾੜਵੀ ਆਉਣਾ, ਉਸੇ ਵੇਲੇ ਧਰ ਦਬੋਚਣਾ। ਕਈ ਮਾਰੇ ਵੀ ਜਾਣੇ ਧਾੜਵੀ ਰਾਹ ਦੇ ਵਿੱਚ। ਏਦਾਂ ਜਦੋਂ ਹਮਲਾ ਹੋਣਾ, ਸ਼ਸਤਰ ਚੱਲਦੇ ਨੇ, ਉਹਦੇ ਵਿੱਚ ਕਈ ਚੋਰ ਤੇ ਧਾੜਵੀ ਫੜੇ ਜਾਣੇ ਤੇ ਕੁਝ ਮਾਰੇ ਵੀ ਜਾਣੇ। ਇਮ ਖਾਲਸੇ ਸੋ ਵਧਿਓ ਪਿਆਰੇ। ਇਹਦਾ ਖਾਲਸੇ ਦਾ ਵੀ ਬਾਬਾ ਬੰਦਾ ਸਿੰਘ ਨਾਲ ਬੜਾ ਪਿਆਰ ਵੱਧ ਗਿਆ, ਤੇ ਬਾਬਾ ਜੀ ਵੀ ਖਾਲਸੇ ਦਾ ਬੜਾ ਸਤਿਕਾਰ ਕਰਨ। ਜਦੋਂ ਸਿੰਘ ਆਇਆ ਕਰਨ, ਉੱਠ ਕੇ ਅਦਬ ਦੇ ਨਾਲ ਬਾਬਾ ਜੀ ਸਤਿਕਾਰ ਕਰਦੇ ਸਿੰਘਾਂ ਦਾ, ਤੇ ਜਦੋਂ ਬਾਬਾ ਬੰਦਾ ਸਿੰਘ ਜੀ ਆਉਂਦੇ ਤੇ ਖਾਲਸਾ ਸਤਿਕਾਰ ਕਰਦਾ। ਏਦਾਂ ਖਾਲਸੇ ਦਾ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਪਸੀ ਪ੍ਰੇਮ ਜਿਹੜਾ ਉਹ ਵੱਧ ਗਿਆ। ਦੋਹਰਾ ਸੁਣ ਬਾਣੀ ਖੁਸ਼ੀਆਂ ਕਰੇ, ਸਿੰਘਨ ਕੋ ਹਿਤ ਲਾਏ। ਬਾਬਾ ਬੰਦਾ ਸਿੰਘ ਜੀ ਨੂੰ ਹਾਲੇ ਬਾਣੀ ਨਹੀਂ ਪੜ੍ਹਨੀ ਆਉਂਦੀ, ਉਹ ਸਿੰਘਾਂ ਕੋਲੋਂ ਸੁਣਦੇ। ਸਿੰਘਾਂ ਨੂੰ ਕਹਿੰਦੇ ਆ, ਸਿੰਘੋ ਮੈਨੂੰ ਬਾਣੀ ਸੁਣਾਓ ਸਤਿਗੁਰਾਂ ਦੀ, ਜਪਜੀ ਸਾਹਿਬ ਦਾ ਪਾਠ ਸੁਣਾਓ, ਸੁਖਮਣੀ ਸਾਹਿਬ ਦਾ ਪਾਠ ਸੁਣਾਓ। ਫਿਰ ਕਹਿੰਦੇ ਕਲਗੀਧਰ ਦੀ ਬਾਣੀ ਸੁਣਾਓ, ਜਿਹੜੀ 10ਵੇਂ ਪਾਤਸ਼ਾਹ ਮੇਰੇ ਗੁਰਦੇਵ ਨੇ ਰਚੀ ਹੈ। ਤੋ ਸਿੰਘਾਂ ਨੇ ਕਦੇ ਅਕਾਲ ਉਸਤਤ ਦਾ ਪਾਠ ਸੁਣਾਉਣਾ, ਕਦੇ ਚੰਡੀ ਦੀ ਵਾਰ ਪੜ੍ਹਨੀ, ਗਾ ਗਾ ਕੇ ਰੀਝ ਕੇ ਪੜ੍ਹਨਾ। ਸੁੰਭ ਨਸੁੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜ ਅਬਖੇਕ ਨੂੰ। ਜਦੋਂ ਪਿਆਰ ਦੇ ਨਾਲ ਪੜ੍ਹਨਾ, ਤੋ ਪਿਆਰ ਦੇ ਨਾਲ ਚੰਡੀ ਚਰਿੱਤਰ ਦੀ ਬਾਣੀ ਪੜ੍ਹ ਕੇ ਸੁਣਾਉਣੀ, ਬਚਿੱਤਰ ਨਾਟਕ ਪੜ੍ਹ ਕੇ ਸੁਣਾਉਣਾ। ਤੋ ਇਸ ਤਰ੍ਹਾਂ ਜਦੋਂ ਸਿੰਘਾਂ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਣੀ ਸੁਣਨੀ, ਤੇ ਸੁਣ ਕੇ ਇਹਨਾਂ ਨੇ ਬੜੀ ਖੁਸ਼ੀ ਕਰਨੀ। ਸਿੰਘਾਂ ਨੂੰ ਕਹਿਣਾ, ਧੰਨਵਾਦ ਹੈ ਤੁਹਾਡਾ, ਤੁਸੀਂ ਮੈਨੂੰ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਸੁਣਾਈ ਹੈ। ਅਬੇ ਬਜੀਦੇ ਮਾਰੋ ਸਭ ਲੋਕਨ ਦਿਖਲਾਏ। ਬਾਬਾ ਬੰਦਾ ਸਿੰਘ ਜੀ ਨਾਲ ਹੀ ਕਹਿੰਦੇ ਖਾਲਸਾ ਜੀ ਬਸ ਹੁਣ ਉਹ ਦਿਨ ਨੇੜੇ ਹੈ ਜਦੋਂ ਵਜੀਦੇ ਪਾਪੀ ਨੂੰ ਮਾਰ ਕੇ ਸਾਰੀ ਦੁਨੀਆ ਨੂੰ ਵਿਖਾਉਣਾ ਕਿ ਅਸੀਂ ਗੁਰੂ ਕੇ ਲਾਲਾਂ ਦੀ ਸ਼ਹੀਦੀ ਦਾ ਬਦਲਾ ਮਲੇਛ ਕੋਲੋਂ ਲੈ ਲਿਆ। ਇਹ ਦੁਨੀਆ ਨੂੰ ਵਿਖਾਉਣਾ ਕਿ ਜਿਸ ਵਜੀਦੇ ਪਾਪੀ ਨੇ ਗੁਰੂ ਕੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਕੋਹ ਕੇ ਸ਼ਹੀਦ ਕੀਤਾ, ਉਸ ਮਲੇਛ ਦੀ ਅਸੀਂ ਕੀ ਦਸ਼ਾ ਕੀਤੀ ਹੈ ਵਿਖਾਉਣਾ। ਹਾਂਜੀ, ਚੋਪਈ ਅਬ ਬੰਦਾ ਇਮ ਸਿੰਘਨ ਕਏ। ਏਦਾਂ ਬਾਬਾ ਬੰਦਾ ਸਿੰਘ ਜੀ ਸਿੰਘਾਂ ਨੂੰ ਕਹਿੰਦੇ ਹਨ, ਸੱਦੋ ਸਿੰਘ ਜੋ ਪਾਛੇ ਰਹੇ। ਕਹਿੰਦੇ ਭਾਈ ਸਿੰਘਾਂ ਨੂੰ ਸੱਦੋ ਸਾਰੇ ਜਿਹੜੇ ਪਿੱਛੇ ਰਹਿ ਗਏ ਹਨ। ਆਏ ਕਰੇ ਜੋ ਗੁਰ ਕਹਿਓ ਕਾਜ। ਜਿਹੜੇ ਪੰਜਾਬ 'ਚ ਸਿੰਘ ਨੇ ਸਾਰੇ ਉਹਨਾਂ ਨੂੰ ਵੀ ਸੱਦੇ ਭੇਜੋ। ਜਿਹੜਾ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਾਈ ਹੈ, ਉਹ ਕਾਰਜ ਹੁਣ ਰਲ ਮਿਲ ਕੇ ਕਰੀਏ। ਫੇਰ ਲਈ ਸੋਈ ਭੂਮੈ ਰਾਜ। ਔਰ ਜਾ ਕੇ ਉਸ ਧਰਤੀ ਦਾ ਰਾਜ ਹਾਸਲ ਕਰੀਏ। ਤਬ ਬੰਦਾ ਆਏ ਬਾਂਗਰ ਬੜਾ। ਬਾਬਾ ਜੀ ਚਲਦੇ ਚਲਦੇ ਬਾਂਗਰ ਦੇ ਇਲਾਕੇ 'ਚ, ਆ ਜਿਹੜਾ ਕਰਨਾਲ ਤੋਂ ਕੈਂਥਲ ਵਾਲੇ ਪਾਸੇ ਨੂੰ ਰਾਹ ਜਾਂਦਾ, ਤੇ ਇਧਰ ਕੈਂਥਲ ਜੀਂਦ ਆ ਸਾਰੇ ਇਲਾਕੇ ਨੂੰ ਬਾਂਗਰ ਦਾ ਇਲਾਕਾ ਕਹਿੰਦੇ ਹਨ। ਧਮਧਾਨ ਸਾਹਿਬ ਦਾ ਇਲਾਕਾ ਹੈ ਜਾਂ ਜੀਂਦ ਦਾ, ਰੋਹਤਕ ਦਾ, ਇਹ ਉਧਰੋਂ ਕੈਂਥਲ ਵਾਲੇ ਪਾਸੇ ਸ਼ੁਰੂ ਹੋ ਜਾਂਦਾ। ਬਾਬਾ ਜੀ ਇਸ ਇਲਾਕੇ ਵਿੱਚ ਕਰਨਾਲ ਦੇ ਇਲਾਕੇ 'ਚ ਇਧਰ ਕੈਂਥਲ ਦੇ ਨੇੜੇ ਤੇੜੇ ਪਹੁੰਚ ਗਏ। ਤਾਹੇ ਮਾਜਰਾ ਥਾ ਇੱਕ ਅੜਾ। ਉੱਥੇ ਕਿਸੇ ਪਿੰਡ 'ਚ ਇੱਕ ਮਸਲਾ ਅੜਿਆ ਹੋਇਆ ਸੀ। ਜਦੋਂ ਉੱਥੇ ਆਏ ਨਾ ਕੈਂਥਲ ਦੇ ਇਲਾਕੇ 'ਚ, ਤੇ ਕਿਸੇ ਨਗਰ ਦੇ ਵਿੱਚ ਕੋਈ ਮਸਲਾ, ਕਈ ਨਗਰਾਂ ਦੇ ਕਈ ਮਸਲੇ ਹੁੰਦੇ ਆ, ਕਹਿੰਦੇ ਕੋਈ ਮਸਲਾ ਉੱਥੇ ਅੜਿਆ ਹੋਇਆ ਸੀ। ਆਈ ਮਾਰਨ ਤਿਸ ਇੱਕ ਧਾੜ। ਮਸਲਾ ਕੀ ਸੀ ਕਿ ਇੱਕ ਧਾੜ ਸੀ। ਧਾੜ ਵੀ ਬੜੇ ਹੁੰਦੇ ਸਨ, ਉਹ ਘੋੜਿਆਂ ਤੇ ਸਵਾਰ ਹੋ ਕੇ ਲੋਕਾਂ ਦੇ ਪਿੰਡਾਂ ਨੂੰ ਉਜਾੜਨਾ, ਲੁੱਟਣਾ, ਖੋਹਣਾ, ਏਦਾਂ ਦੀਆਂ ਧਾੜਾਂ ਬੜੀਆਂ ਫਿਰਦੀਆਂ ਸੀ। ਤੇ ਇੱਕ ਧਾੜ ਜਿਹੜੀ ਸੀ ਉਸ ਪਿੰਡ ਦੇ ਉੱਤੇ, ਉਹਨਾਂ ਨੇ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਵੀ ਪਿੰਡ ਖਾਲੀ ਕਰ ਜਾਓ, ਅਸੀਂ ਆ ਕੇ ਤੁਹਾਡਾ ਪਿੰਡ ਲੁੱਟਣਾ, ਮੁੜ ਕੇ ਕੱਲ ਨੂੰ ਇਹ ਨਾ ਆਖਿਓ ਵੀ ਸਾਡੀ ਜਾਨ ਮਾਲ ਦਾ ਨੁਕਸਾਨ ਹੋ ਗਿਆ। ਤੋ ਧਾੜ ਨੇ ਉਸ ਪਿੰਡ ਦੇ ਉੱਤੇ ਹਮਲਾ ਕਰਨਾ ਸੀ। ਉਹਨਾਂ ਉਸੇ ਸਮੇਂ ਉਸ ਪਿੰਡ ਦੇ ਨੇੜੇ
ਬਾਬਾ ਬੰਦਾ ਸਿੰਘ ਬਹਾਦਰ ਜੀ ਸਿੰਘਾਂ ਸਮੇਤ ਪਹੁੰਚ ਗਏ। ਸੁਨ ਲਿਓ ਪਿੰਡ ਹੋਣੋ ਉਜਾੜ। ਬਾਬਾ ਜੀ ਨੂੰ ਖਬਰ ਮਿਲੀ ਵੀ ਇਹ ਪਿੰਡ ਉਜਾੜਨ ਵਾਸਤੇ ਧਾੜਵੀਆਂ ਨੇ ਆਉਣਾ ਹੈ, ਇਹ ਪਿੰਡ ਉਜੜ ਜਾਣਾ ਹੈ। ਇਹ ਗੱਲ ਦਾ ਬਾਬਾ ਜੀ ਨੂੰ ਪਤਾ ਲੱਗਾ। ਬੰਦੇ ਦੇਖ ਦਈ ਬਹੁ ਤੀਰ। ਬਾਬਾ ਜੀ ਨੇ ਪਿੰਡ ਵਿੱਚੋਂ ਲੋਕ ਬਾਹਰ ਜਾਂਦੇ ਵੇਖੇ ਤੇ ਪੁੱਛਿਆ ਵੀ ਤੁਸੀਂ ਪਿੰਡ ਛੱਡ ਕੇ ਕਿਉਂ ਜਾਂਦੇ ਜੇ? ਉਹਨਾਂ ਆਖਿਆ ਜੀ ਇਦਾਂ ਸਾਡੇ ਪਿੰਡ ਤੇ ਧਾੜਵੀਆਂ ਆਉਣਾ, ਉਹਨਾਂ ਨੇ ਆ ਕੇ ਪਿੰਡ ਲੁੱਟਣਾ, ਅਸੀਂ ਪਹਿਲਾਂ ਖਾਲੀ ਕਰਕੇ ਚੱਲੇ। ਬਾਬਾ ਜੀ ਨੂੰ ਉਹਨਾਂ ਨੂੰ ਧੀਰਜ ਦਿੱਤਾ ਵੀ ਇਦਾਂ ਛੱਡ ਕੇ ਜਾਓਗੇ ਦੂਜੇ ਪਿੰਡ ਤੇ ਉੱਥੇ ਫੇਰ ਆ ਜਾਣ ਤੇ ਤੁਸੀਂ ਤਾਂ ਟੱਪਰ ਵਾਸੀਆਂ ਤਰ੍ਹਾਂ ਰੋਜ਼ ਹੀ ਟੁਰੇ ਰਿਹਾ ਕਰੋਗੇ। ਇਦਾਂ ਥੋੜੀ ਗੱਲ ਬਣਦੀ, ਜੇ ਧਾੜਵੀ ਆਉਣੇ ਆ ਤੇ ਰਲ ਕੇ ਮੁਕਾਬਲਾ ਕਰੋ ਉਹਨਾਂ ਦਾ। ਇਦਾਂ ਬਾਬਾ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ। ਵੈ ਜਾਣੇ ਕਿਆ ਕਰੋਗੋ ਫਕੀਰ। ਉਹ ਹੁਣ ਕੰਮ ਦੇ ਲਈ ਲੋਕ ਸੀ, ਗੀਦੀ ਬਿਰਤੀ ਵਾਲੇ, ਜਿਹੜੇ ਕਹਿੰਦੇ ਨਹੀਂ ਜੀ ਨਹੀਂ ਅਸੀਂ ਨਹੀਂ ਰਹਿ ਸਕਦੇ, ਅਸੀਂ ਨਹੀਂ ਇੱਥੇ ਰਹਿ ਕੇ ਆਪਣੀ ਜਾਨ ਨੂੰ ਵਕਤ ਚ ਪਾਉਣਾ। ਬਾਬਾ ਜੀ ਕਹਿਣ ਵੀ ਅਸੀਂ ਤੁਹਾਡੇ ਨਾਲ ਆ। ਉਹ ਹੁਣ ਸੋਚਣ ਵੀ ਇਹ ਫਕੀਰ ਜਿਹਾ ਸਾਡੀ ਕੀ ਮਦਦ ਕਰੇਗਾ। ਉਹਨਾਂ ਇਹ ਸੋਚਿਆ ਵੀ ਇਹ ਤਾਂ ਕੋਈ ਫਕੀਰ ਜਿਹਾ ਲੱਗਦਾ, ਇਹ ਫਕੀਰ ਭਲਾ ਸਾਡੀ ਕੀ ਮਦਦ ਕਰੇਗਾ। ਧਾੜ ਵੀ ਹਥਿਆਰਬੰਦ ਨੇ, ਉਹ ਸ਼ਸਤਰਧਾਰੀ ਨੇ, ਉਹ ਲੁਟੇਰੇ ਨੇ, ਉਹ ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਇਹ ਫਕੀਰ ਸਾਡੀ ਕੀ ਮਦਦ ਕਰੇਗਾ। ਪਿੰਡ ਵਾਲਿਆਂ ਨੇ ਬਾਬਾ ਜੀ ਦੀ ਗੱਲ ਨਹੀਂ ਮੰਨੀ। ਤੀਮੀ ਮਰਦ ਬੋ ਝਾੜੀ ਬੜੇ। ਜਿੰਨੀਆਂ ਤੀਵੀਆਂ ਮਰਦ ਸੀ ਨਾ ਪਿੰਡ ਦੀਆਂ ਔਰਤਾਂ ਤੇ ਮਰਦੋ ਬਾਹਰ ਨਗਰ ਤੋਂ ਜਾ ਕੇ ਝਾੜਾਂ 'ਚ ਜੰਗਲਾਂ 'ਚ ਜਾ ਕੇ ਲੁਕ ਗਏ। ਰਹੇ ਬੰਦੇ ਪੈ ਸਿੱਖਈ ਖੜੇ। ਬਾਬਾ ਜੀ ਨੇ ਸੋਚਿਆ ਸੀ ਵੀ ਸ਼ਾਇਦ ਪਿੰਡ ਵਾਲੇ ਰਲਣਗੇ ਸਾਡੇ ਨਾਲ, ਉਹ ਪਹਿਲਾਂ ਹੀ ਸਾਰੇ ਛੱਡ ਕੇ ਚਲੇ ਗਏ। ਬਾਬਾ ਜੀ ਦੇ ਕੋਲ ਰਹਿ ਗਏ ਕੇਵਲ ਸਿੰਘ, ਜਿਹੜੇ ਤਿਆਰ ਬਰ ਤਿਆਰ ਹਨ। ਦੋਹਰਾ ਬੰਦੇ ਕੈ ਮੁਖ ਕਹਿਣ ਕੋ ਓਏ ਕਬ ਕਰੇ ਪ੍ਰਤੀਤ। ਹੁਣ ਬਾਬਾ ਜੀ ਨੂੰ ਕਿਉਂਕਿ ਨਵੇਂ ਆਏ ਨੇ, ਉਹਨਾਂ ਨੂੰ ਕੀ ਪਤਾ ਵੀ ਇਹ ਬੰਦਾ ਬਹਾਦਰ ਕੌਣ ਹੈ, ਇਹ ਸਿੰਘ ਕੌਣ ਨੇ, ਪਤਾ ਹੀ ਨਹੀਂ ਸੁਣਾ ਪਿੰਡ ਵਾਲਿਆਂ ਨੂੰ। ਉਹ ਹੁਣ ਕਿਵੇਂ ਯਕੀਨ ਕਰਦੇ ਇਹਨਾਂ ਦੇ ਕਹਿਣ ਤੇ ਵੀ ਇਹ ਸਾਡੀ ਜਾਨ ਬਚਾਉਣਗੇ। ਇਸ ਕਰਕੇ ਪਿੰਡ ਵਾਲਿਆਂ ਨੇ ਇਹਨਾਂ ਤੇ ਯਕੀਨ ਨਹੀਂ ਕੀਤਾ। ਸੋ ਬੰਦੇ ਓਰੇ ਠਠੀ ਮਦ ਸੋ ਆਪਣੇ ਚੀਤ। ਬਾਬਾ ਬੰਦਾ ਸਿੰਘ ਜੀ ਨੇ ਮਨ 'ਚ ਵਿਚਾਰ ਕੀਤੀ ਵੀ ਇਹਨਾਂ ਪਿੰਡ ਵਾਲਿਆਂ ਨੂੰ ਬਚਾ ਕੇ ਇਲਾਕੇ ਦੇ ਵਿੱਚ ਨਾਂ ਵੀ ਹੋ ਜਾਏਗਾ ਵੀ ਧਾੜਵੀਆਂ ਤੋਂ ਬਚਾਇਆ, ਨਾਲੇ ਇੱਥੇ ਰਾਜ ਕਾਇਮ ਹੋ ਜਾਏਗਾ। ਇਦਾਂ ਹੀ ਕਹਿ ਸਕਦੇ ਆ ਨਾ, ਇਹ ਪਿੰਡ ਅਧੀਨ ਹੋ ਜਾਏਗਾ ਸਾਡੇ। ਬਾਬਾ ਜੀ ਦੇ ਮਨ ਦੇ ਵਿੱਚ ਵਿਚਾਰ ਚੱਲੀ। ਚੌਪਈ ਪਕੜ ਪੈਂਚ ਬੰਦੇ ਨੇ ਲਏ। ਬਾਬਾ ਜੀ ਨੇ ਜਿਹੜੇ ਪਿੰਡ ਦੇ ਪੰਚ ਸੀ ਨਾ ਪਹਿਲਾਂ ਉਹ ਫੜੇ। ਉਹ ਕਹਿੰਦੇ ਤੁਸੀਂ ਪੰਚ ਜਿਹੜੇ ਉਹ ਸਾਡੇ ਕੋਲ ਆ ਜਾਓ, ਬਾਕੀਆਂ ਨੂੰ ਕਿਹਾ ਤੁਸੀਂ ਜਾਓ। ਜਿਹੜੇ ਪਿੰਡ 'ਚ ਚੁਣੇ ਹੁੰਦੇ ਨੇ ਪੰਚ ਉਹ ਸੱਦ ਲਿਓ। ਉਹਨਾਂ ਸਮਿਆਂ 'ਚ ਪੰਚ ਹੀ ਹੁੰਦੇ ਸੀ। ਮੁੜ ਕੇ ਪੰਚਾਂ ਦੇ ਸਿਰਾਂ ਤੇ ਸਰਪੰਚ ਲੱਗਣ ਲੱਗ ਪਿਆ। ਉਹ ਪੰਚ ਜਿਹੜੇ ਸਨ ਬਾਬਾ ਜੀ ਨੇ ਬੁਲਾ ਲਏ ਆਪਣੇ ਕੋਲ ਤੇ ਉਹ ਕਹਿਣ ਵੀ ਅਸੀਂ ਵੀ ਚੱਲੇ। ਕਹਿੰਦੇ ਠਹਿਰ ਜਾਓ, ਤੁਸੀਂ ਕਿੱਥੇ ਚੱਲੇ ਹੋ? ਤੁਹਾਨੂੰ ਚੁਣਿਆ ਇਹਨਾਂ ਲੋਕਾਂ ਨੇ, ਜੇ ਸਮੱਸਿਆ ਉਹਨਾਂ ਤੇ ਆਈ ਪਹਿਲਾਂ ਮੂਹਰੇ ਤੁਸੀਂ ਖਲੋਵੋਗੇ। ਖਬਰਦਾਰ ਜੇ ਤੁਸੀਂ ਗਏ, ਧਾੜਵੀਆਂ ਨੇ ਤੇ ਕਦੋਂ ਆ ਕੇ ਮਾਰਨਾ, ਮੈਂ ਪਹਿਲਾਂ ਮਾਰ ਦੇਣਾ ਜੇ ਭੱਜ ਗਏ ਇੱਥੋਂ। ਤਾਂ ਇਹ ਹੁੰਦੀ ਹੈ ਦੱਸਣ ਦੀ ਬਿਰਤੀ ਕਿ ਜਿਹੜੇ ਨੀਤੀ ਵੇਤਾ ਨੇ, ਜਿਨ੍ਹਾਂ ਨੂੰ ਲੋਕ ਚੁਣ ਕੇ ਆਪਣੇ ਆਗੂ ਬਣਾਉਂਦੇ ਐ, ਉਹਨਾਂ ਦਾ ਜੁਮਾ ਬਣਦਾ ਹੈ ਲੋਕਾਂ ਦੇ ਵਾਸਤੇ ਸਭ ਤੋਂ ਪਹਿਲਾਂ। ਜੇ ਕੋਈ ਹਮਲਾਵਰ ਹੋ ਕੇ ਆਵੇ ਤੇ ਉਹਨਾਂ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ 300 ਸਾਲ ਪਹਿਲਾਂ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਔਰ ਇਹ ਕਲਗੀਧਰ ਪਾਤਸ਼ਾਹ ਜੀ ਦੀ ਦਿੱਤੀ ਸਿੱਖਿਆ ਸੀ। ਇੱਥੇ ਲੋਕ ਮਰਦੇ ਰਹਿਣ, ਜਿਵੇਂ ਮਰਜ਼ੀ ਪ੍ਰਕਾਰ ਦੇ ਨਾਲ ਕਈ ਪ੍ਰਕਾਰ ਦੀਆਂ ਮੁਸੀਬਤਾਂ 'ਚ ਘਿਰਦੇ ਰਹਿਣ, ਤੇ ਜਿਹੜੇ ਚੁਣੇ ਹੁੰਦੇ ਆ ਉਦੋਂ ਹੀ ਨਿਕਲਦੇ ਆ ਭਾਦਰੋਂ ਦੇ ਡੱਡੂਆਂ ਵਾਂਗੂ ਜਦੋਂ ਲੋੜ ਪੈਂਦੀ ਹੈ। ਉਦਾਂ 5-4 ਸਾਲ ਨਜ਼ਰ ਹੀ ਨਹੀਂ ਆਉਂਦੇ, ਦਿਸਦੇ ਹੀ ਨਹੀਂ ਹਨ। ਇਹ ਸਮਾਜ ਦਾ ਵਰਤਾਰਾ ਅੱਜ ਹੈ, ਜਿਹਨੂੰ ਆਪਾਂ ਲੋਕਤਾਂਤਰਿਕ ਤਰੀਕੇ ਨਾਲ ਕਹਿੰਦੇ ਆ ਵੀ ਅਸੀਂ ਚੁਣਿਆ। ਬਿਰਤੀਆਂ ਉਹੀ ਨੇ। ਬਾਬਾ ਜੀ ਨੇ ਉਹ ਜਿੰਨੇ ਪੰਚ ਸੀ ਨਾ, ਕਹਿੰਦੇ ਖਬਰਦਾਰ ਜੇ ਤੁਸੀਂ ਗਏ ਦੌੜ ਕੇ ਤਾਂ ਤੁਸੀਂ ਮੁਖੀ ਹੋ ਪਿੰਡ ਦੇ, ਤੁਹਾਡਾ ਜਿੰਮਾ ਬਣਦਾ ਜੇ ਪਿੰਡ ਦੇ ਲੋਕਾਂ ਤੇ ਸਮੱਸਿਆ ਆਈ ਹੈ ਤੇ ਪਹਿਲਾਂ ਮੂਹਰੇ ਤੁਸੀਂ ਲੱਗੋ। ਉਹਨਾਂ ਨੂੰ ਫੜ ਕੇ ਉਹ ਭੱਜਣ ਨੂੰ ਕਰਨ। ਬਾਬਾ ਜੀ ਨੇ ਫੜ ਕੇ ਮੁਸ਼ਕਾਂ ਬਣਾ ਕੇ
ਉਹਨਾਂ ਨੂੰ ਕਾਬੂ ਕਰ ਲਿਆ। ਕੋਠੇ ਕੇ ਮਦ ਸਭ ਉਹ ਅੜੇ। ਜਿੰਨੇ ਸੀ ਫੜ ਕੇ ਇੱਕ ਕੋਠੇ 'ਚ ਬੰਦ ਕਰ ਦਿੱਤੇ, ਵੀ ਦੌੜ ਕੇ ਜੀ ਨਹੀਂ ਤੁਸੀਂ ਜਾ ਸਕਦੇ, ਵੀ ਇੱਥੇ ਵੇਖੋ ਕਿ ਅਸੀਂ ਕਿਵੇਂ ਉਹਨਾਂ ਧਾੜਵੀਆਂ ਨੂੰ ਰੋਕਦੇ ਆ। ਉਹਨਾਂ ਪੰਚਾਂ ਨੂੰ ਇੱਕ ਕੋਠੇ ਦੇ ਵਿੱਚ ਬੰਨ੍ਹ ਕੇ ਰੱਖ ਲਿਆ। ਤੋਲੋ ਤਾੜ ਪਿੰਡ ਆਏ ਵੜੀ। ਬਾਕੀ ਲੋਕ ਚਲੇ ਗਏ। ਇਹਨੇ ਨੂੰ ਜਿਹੜੀ ਉਹ ਧਾੜ ਸੀ ਲੁਟੇਰਿਆਂ ਦੀ, ਉਹ ਪਿੰਡ ਚ ਆ ਪਈ। ਬੰਦੇ ਵੱਲ ਸਭ ਦੇਖੇ ਖੜੀ। ਹੁਣ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਵੇਖ ਰਹੇ ਨੇ। ਉੱਠ ਬੰਦੇ ਕਈ ਮਾਰੋ ਤਾੜ। ਬਾਬਾ ਜੀ ਉੱਠੇ, ਨਾਲ ਸਿੰਘਾਂ ਨੂੰ ਵੰਗਾਰਿਆ, ਆਖਿਆ ਖਾਲਸਾ ਜੀ ਮਾਰੋ ਇਸ ਧਾੜ ਨੂੰ ਜਿਹੜੀ ਆਈ ਹੈ। ਮਾਰਨ ਆਏ ਤਿਨੇ ਲਿਓ ਮਾਰ। ਇਹ ਮਾਰਨ ਆਏ ਨੇ, ਇਹਨਾਂ ਨੂੰ ਮਾਰ ਮੁਕਾਓ ਮਲੇਛਾਂ ਨੂੰ। ਯੋ ਸੁਨ ਸਿੰਘਨ ਹੱਲਾ ਕੀਓ। ਇਹ ਸੁਣਦਿਆਂ ਸਿੰਘਾਂ ਨੇ ਹੱਲਾ ਬੋਲ ਦਿੱਤਾ। ਪਕੜ ਸਰਦਾਰ ਧਾੜ ਕੋ ਲਿਓ। ਜਿਹੜਾ ਉਸ ਧਾੜ ਦਾ ਸਰਦਾਰ ਸੀ ਨਾ, ਮੁਖੀਆ ਉਹਨਾਂ ਦਾ, ਸਰਦਾਰ ਜਿਹਨੂੰ ਉਹਨਾਂ ਨੇ ਆਪਣਾ ਮੁਖੀ ਚੁਣਿਆ ਹੋਇਆ ਸੀ, ਸਭ ਤੋਂ ਪਹਿਲਾਂ ਸਿੰਘਾਂ ਨੇ ਉਹਨੂੰ ਹੀ ਕਾਬੂ ਕੀਤਾ। ਉਹਨੂੰ ਫੜ ਲਿਆ ਜਿਉਂਦੇ ਨੂੰ। ਉਹ ਜੋ ਉਸੇ ਛੁਡਾਵਨ ਆਵੇ। ਉਹਨੂੰ ਫੜ ਲਿਆ ਤੇ ਫਿਰ ਬਾਕੀ ਹੁਣ ਛੁਡਾਣ ਆਵਣ ਉਹਨੂੰ, ਵੀ ਸਾਡਾ ਸਰਦਾਰ ਫੜ ਲਿਆ ਸਿੰਘਾਂ ਨੇ। ਉਹ ਜਦੋਂ ਛੁਡਾਉਣ ਆਇਆ ਕਰਨ, ਸੋ ਉਹਾਂ ਆਪ ਫਸ ਜਾਵੇ। ਉਹ ਛੁਡਾਣ ਜਾਇਆ ਕਰਨ ਤੇ ਆਪ ਹੀ ਸਿੰਘਾਂ ਦੇ ਕਾਬੂ ਆ ਜਾਇਆ ਕਰੇ। ਸਿੰਘਾਂ ਮਾਰੇ ਘੱਟ ਜ਼ਿਆਦਾ ਜਿਉਂਦੇ ਹੀ ਫੜੇ। ਓਏ ਮਾਰੇ ਸੇਲੇ ਤਲਵਾਰ। ਉਹਨਾਂ ਕੋਲ ਧਾੜਵੀਆਂ ਕੋਲ ਸੇਲੇ, ਬਰਛੇ, ਤਲਵਾਰਾਂ, ਬੰਦੂਕਾਂ। ਸਿੰਘਾਂ ਕੋਲ ਸ਼ਸਤਰ ਨਹੀਂ ਸਨ। ਹਾਲੇ ਤਿਆਰੀ ਹੋ ਰਹੀ ਸੀ ਸ਼ਸਤਰ ਇਕੱਠੇ ਕਰਨ ਦੀ। ਬਹੁਤੇ ਸਿੱਖਾਂ ਦੇ ਕੋਲ ਜਿਹੜੇ ਪਿੰਡਾਂ ਵਿੱਚੋਂ ਆ ਕੇ ਰਲੇ ਨੇ, ਕਈਆਂ ਕੋਲ ਹਥਿਆਰ ਵੀ ਨਹੀਂ ਸਨ, ਸ਼ਸਤਰ ਵੀ ਨਹੀਂ ਸਨ। ਗਰੀਬੀ ਇੰਨੀ ਸੀ ਕਿ ਪੈਸੇ ਨਹੀਂ ਸਨ ਖਰੀਦ ਸਕਦੇ। ਹੁਣ ਉਹਨਾਂ ਜਿਹੜੇ ਉਹ ਧਾੜਵੀ ਨੇ, ਉਹਨਾਂ ਕੋਲ ਨੇਜੇ ਨੇ, ਬਰਛੇ ਨੇ, ਤਲਵਾਰਾਂ ਨੇ, ਬੰਦੂਕਾਂ ਹਨ। ਧੀਮਨ ਸੰਗ ਸਿੰਘ ਲੇਵੇਂ ਮਾਰ। ਤੇ ਸਿੰਘਾਂ ਕੋਲ ਕਿਹੜੇ ਹਥਿਆਰ ਸੀ? ਸਿੰਘਾਂ ਕੋਲ ਡਲੇ ਮੋਟੇ ਮੋਟੇ ਮਿੱਟੀ ਦੇ, ਪੱਥਰ, ਇੱਟਾਂ, ਉਹ ਸਿੰਘਾਂ ਨੇ ਢੇਰ ਲਾਏ ਹੋਏ ਸੀ। ਉਹ ਹੁਣ ਗੋਲੀ ਜਿੰਨਾ ਕੰਮ ਕਰਦੇ ਸੀ। ਉਹਨਾਂ ਦੀ ਬੰਦੂਕ ਅਜੇ ਕਦੋਂ ਭਰਨੀ, ਕਦੋਂ ਵਿੱਚ ਉਹਨੂੰ ਤੋੜਾ ਤਖਾਣਾ, ਇਧਰੋਂ ਵਗਾ ਕੇ ਇੱਟ ਮਾਰਨੀ। ਸਿੰਘ ਨੇ ਕਿਸੇ ਧਾੜਵੀ ਦੇ ਮੱਥੇ ਤੇ ਪੁਰਪੜੀ ਚ ਉਹਦੀ ਸੇਕ ਦੇਣੀ, ਜੋ ਉਹਨੇ ਜ਼ਮੀਨ ਤੇ ਭੁੰਏ ਡਿੱਗ ਪੈਣਾ। ਜਾ ਕੇ ਦੂਜੇ ਸਿੰਘ ਨੇ ਕਾਬੂ ਕਰ ਲੈਣਾ। ਐਸ ਅਚੰਬਾ ਊਹਾ ਭਇਆ। ਇਸ ਗੱਲ ਦੀ ਹੈਰਾਨੀ ਸੀ ਵੀ ਸ਼ਸਤਰ ਧਾਰੀਆਂ ਨੂੰ ਇੱਟਾਂ ਦੇ ਨਾਲ ਹੀ ਸਿੰਘਾਂ ਨੇ ਜਿੱਤ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਦੁਸ਼ਮਣ ਸ਼ਸਤਰਧਾਰੀ ਹੈ ਤੇ ਸਿੰਘਾਂ ਨੇ ਕੇਵਲ ਉਹਨਾਂ ਨੂੰ ਸ਼ਸਤਰਾਂ ਨਾਲ ਮਾਰਿਆ ਹੀ ਨਹੀਂ, ਕੇਵਲ ਪੱਥਰਾਂ, ਇੱਟਾਂ ਤੇ ਕੰਕਰਾਂ ਦੇ ਨਾਲ ਹੀ ਕਾਬੂ ਕਰ ਲਿਆ। ਉਨਕੋ ਸ਼ਸਤਰ ਨਾਹੀ ਚੁਭਿਆ। ਉਹਨਾਂ ਨੂੰ ਕੋਈ ਸ਼ਸਤਰ ਸਿੰਘਾਂ ਕੋਲ ਕਈਆਂ ਕੋਲ ਸੀਗੇ ਵੀ, ਪਰ ਸਿੰਘਾਂ ਨੇ ਆਖਿਆ ਇਹਨਾਂ ਨੂੰ ਕੀ ਸ਼ਸਤਰਾਂ ਨਾਲ ਮਾਰਨਾ। ਸ਼ਸਤਰਾਂ ਨਾਲ ਮਾਰਨ ਵਾਸਤੇ ਤਾਂ ਸਾਡੇ ਸਾਹਮਣੇ ਮੁਗਲ ਖਲੋਤੇ ਹੋਣ, ਪਠਾਨ ਖਲੋਤੇ ਹੋਣ, ਉਹਨਾਂ ਨਾਲ ਲੜਾਂਗੇ। ਇਹਨਾਂ ਨਾਲ ਸ਼ਸਤਰਾਂ ਦੀ ਤੋਹੀਨ ਹੋਵੇਗੀ। ਜੇ ਇਹਨਾਂ ਧਾੜਵੀਆਂ ਨਾਲ ਵੀ ਅਸੀਂ ਤਲਵਾਰਾਂ ਲੈ ਕੇ ਲੜਨਾ, ਇਹਨਾਂ ਨੂੰ ਤਾਂ ਇੱਟਾਂ ਨਾਲ ਹੀ ਮਾਰ ਦੇਣਾ ਸੀ। ਏਦਾਂ ਸਿੰਘਾਂ ਨੇ ਇੱਟਾਂ ਢੀਮਾਂ ਦੇ ਨਾਲ ਹੀ ਮਾਰ ਕੇ ਸਿੱਧ ਕਰ ਲਏ। ਤੋ ਪਿੰਡ ਲੋਕਨ ਲੀਨੋ ਜਾਚ। ਏਦਾਂ ਸਾਰਾ ਪਿੰਡ ਜਿਹੜਾ ਸੀ ਉਹ ਸਿੰਘਾਂ ਨੇ ਵੇਖ ਲਿਆ। ਹੈ ਬੰਦੇ ਮੈਂ ਬਰਕਤ ਸਾਚ। ਪਿੰਡ ਵਾਲੇ ਲੋਕ ਵੀ ਜਿਹੜੇ ਝਾੜਾਂ ਵਿੱਚ ਸਨ, ਕੁਝ ਵੇਖਣ ਪਹੁੰਚ ਗਏ ਜਦੋਂ ਰੌਲਾ ਸੁਣਿਆ। ਉਧਰ ਪੰਚ ਜਿਹੜੇ ਡੱਕੇ ਹੋਏ ਉਹ ਵੀ ਵੇਖਣ ਵੀ ਬੰਦੇ ਵਿੱਚ ਜੋ ਗੱਲ ਇਹਨੇ ਕਹੀ ਸੀ ਇਹ ਸੱਚਾ, ਇਹਨੇ ਵਾਕਈ ਸਾਨੂੰ ਬਚਾ ਲਿਆ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਪਿੰਡ ਵਾਲਿਆਂ ਨੇ ਨਿਸ਼ਚਾ ਕਰ ਲਿਆ। ਤਬ ਉਨ ਲੋਕਨ ਸ਼ਸਤਰ ਸੰਭਾਰੇ। ਫਿਰ ਉਹ ਪਿੰਡਾਂ ਵਾਲਿਆਂ ਵੀ, ਪਿੰਡ ਵਾਲਿਆਂ 'ਚ ਵੀ ਹੌਸਲਾ ਆ ਗਿਆ। ਜਦੋਂ ਬਾਬਾ ਜੀ ਨੇ ਰੋਕਿਆ ਨਾ ਵੀ ਇਹ ਤਾਂ ਇੱਟਾਂ ਨਾਲ ਹੀ ਲੜੀ ਜਾਂਦੇ ਆ, ਉਹਨਾਂ ਨਾਲ ਪਿੰਡ ਵਾਲਿਆਂ 'ਚ ਵੀ ਹੌਸਲਾ ਆ ਗਿਆ। ਉਹ ਵੀ ਆ ਗਏ ਇੰਨੇ ਨੂੰ ਪਿੱਛੋਂ, ਕਿਸੇ ਨੇ ਡਾਂਗ ਚੁੱਕੀ, ਕਿਸੇ ਨੇ ਬਰਛਾ ਚੁੱਕਿਆ। ਉਹ ਪਿੰਡਾਂ ਵਿੱਚ ਘਰਾਂ 'ਚ ਰੱਖੇ ਹੀ ਹੁੰਦੇ ਆ ਹਥਿਆਰ, ਉਹਨਾਂ ਆਪੋ ਆਪਣੇ ਹਥਿਆਰ ਸੰਭਾਲ ਲਏ। ਲਏ ਤਾੜਵੀ ਉਨ ਬਹੁ ਮਾਰੇ। ਬਾਬਾ ਜੀ ਨੇ ਆਖਿਆ ਹੁਣ ਆਪਣਾ ਪਿੰਡ ਆਪ ਬਚਾਓ, ਇਹਨਾਂ ਨੂੰ ਮਾਰੋ। ਵੇਖੋ ਜਿਹੜੇ ਕਾਇਰ ਬਣ ਕੇ ਭੱਜ ਗਏ ਸੀ, ਉਹਨਾਂ 'ਚ ਵੀ ਹੌਸਲਾ ਫੂਕ ਦਿੱਤਾ। ਉਹ ਆਪ ਆਏ ਹਥਿਆਰ ਲੈ ਕੇ, ਮੁੜ ਕੇ ਧਾੜਵੀਆਂ ਨੂੰ ਮਾਰ ਕੇ ਉਹਨਾਂ ਧਾੜਵੀਆਂ ਨੂੰ ਭਜਾਇਆ। ਉਤੇ ਪੰਚ ਜੋ ਕੈਦ ਕਰੇ। ਉਹ ਜਿਹੜੇ ਪੰਚ ਕੈਦ ਕੀਤੇ ਹੋਏ ਸੀ ਨਾ, ਪਿੰਡ ਦੇ ਪੰਚ ਕੋਠੇ ਦੇ ਵਿੱਚ ਬੰਦ ਸਨ। ਛੋੜ ਦਏ
ਤੇ ਉਨ ਬਹੁ ਫਰੇ। ਉਹਨਾਂ ਨੂੰ ਛੱਡ ਦਿੱਤਾ। ਮੁੜ ਕੇ ਪਿੰਡ ਵਾਲਿਆਂ ਨੇ ਫੜ ਲਿਆ ਵੀ ਤੁਸੀਂ ਕਾਹਦੇ ਪੰਚੋ, ਸਾਡੇ ਕੋਲੋਂ ਟੈਕਸ ਲੈਣ ਜੋਗੇ ਹੀ ਹੋ, ਸਾਡੇ ਕੋਲੋਂ ਕਰ ਲੈਂਦੇ ਹੋ ਫਸਲ ਦਾ, ਤੇ ਜਦੋਂ ਸਾਡੀ ਰਾਖੀ ਦੀ ਗੱਲ ਆਈ ਹੈ ਉਦੋਂ ਸਭ ਤੋਂ ਪਹਿਲਾਂ ਤੁਸੀਂ ਭੱਜਣ ਲੱਗੇ ਸੀ। ਦੋਹਰਾ ਕਿਛ ਪਕੜ ਕਿਛ ਮਰ ਗਏ, ਕਿਛ ਸ਼ਸਤਰ ਗਏ ਖੁਹਾਏ। ਏਦਾਂ ਜਿਹੜੇ ਉਹ ਧਾੜ ਵੀ ਸਨ, ਕੁਝ ਫੜੇ ਗਏ, ਕੁਝ ਮਾਰੇ ਗਏ, ਕੁਝ ਹਥਿਆਰ ਖਵਾ ਕੇ ਭੱਜ ਗਏ। ਤਬ ਬੰਦੇ ਫਿਰ ਯੋਂ ਕਿਉ ਚੜ ਮਾਰੋ ਉਸੇ ਗਿਰਾਏ। ਬੰਦਾ ਬਹਾਦਰ ਜੀ ਨੇ ਕਿਹਾ ਪਿੰਡ ਵਾਲਿਆਂ ਨੂੰ ਵੀ ਜਿਹੜੇ ਭੱਜ ਗਏ ਨੇ ਉਹਨਾਂ ਨੂੰ ਵੀ ਚੜ ਕੇ ਮਾਰੋ, ਜਿੱਥੇ ਜਾਂਦੇ ਨੇ ਉੱਥੇ ਜਾ ਕੇ ਮਾਰੋ। ਜੋ ਪਈ ਤਬੇ ਸਿੰਘ ਉੱਠ ਗੋਲੇ ਗਏ। ਇੱਧਰ ਸਿੰਘ ਵੀ ਜਿਹੜੇ ਸਨ ਉਹ ਵੀ ਨਾਲ ਚਲੇ ਗਏ। ਪਿੰਡ ਛੋੜਵੇ ਅੱਗੇ ਨਠਏ। ਉਹ ਜਿਹੜੇ ਧਾੜ ਵੀ ਜਿਹੜੇ ਪਿੰਡ 'ਚ ਰਹਿੰਦੇ ਸੀ ਨਾ, ਜਿੱਥੋਂ ਉਹ ਵੀ ਤਾਂ ਕਿਸੇ ਪਿੰਡ 'ਚ ਰਹਿੰਦੇ ਹੀ ਸੀ ਨਾ, ਉੱਥੇ ਉਹ ਪਿੰਡ 'ਚ ਜਦੋਂ ਪਿੱਛੇ ਸਿੰਘਾਂ ਦੇ ਸਮੇਤ ਉਹ ਬਾਕੀ ਪਬਲਿਕ ਵੀ ਜਿਹੜੀ ਆਮ ਜਨਤਾ ਸੀ ਉਹ ਵੀ ਜਦੋਂ ਪਹੁੰਚੀ, ਉਹਨਾਂ ਨੂੰ ਪਤਾ ਲੱਗਾ ਵੀ ਤਾਂ ਪਿੱਛੇ ਆ ਗਏ ਸਾਡੇ ਪਿੰਡ। ਉਹ ਧਾੜਵੀਆਂ ਨੇ ਆਪਣਾ ਪਿੰਡ ਛੱਡਿਆ ਤੇ ਉੱਥੋਂ ਦੌੜ ਗਏ। ਲੁੱਟੇ ਪਿੰਡ ਉਸ ਡੇਰਾ ਕਇਓ। ਜਿਹੜੇ ਇਹਨਾਂ ਦਾ ਪਿੰਡ ਲੁੱਟਣ ਆਏ ਸੀ ਉਹ ਹੁਣ ਉਹਨਾਂ ਦੇ ਪਿੰਡ ਪਹੁੰਚ ਗਏ। ਨਾਲ ਸਿੰਘ ਕਹਿੰਦੇ ਜਾ ਕੇ ਉਹਨਾਂ ਦਾ ਪਿੰਡ ਲੁੱਟ ਲਿਆ। ਜਿੰਨੇ ਧਾੜਵੀ ਸਨ ਉਹ ਘਰ ਖਾਲੀ ਛੱਡ ਕੇ ਚਲੇ ਗਏ। ਬੰਦੇ ਕੋ ਅਤ ਦਾਬੋ ਪਇਓ। ਇਹਦਾ ਕੈਂਥਲ ਦੇ ਇਲਾਕੇ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਦਬਦਬਾ ਬਣ ਗਿਆ। ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ ਚਰਚਾ ਚੱਲਣ ਲੱਗ ਪਈ ਵੀ ਬੰਦਾ ਆਇਆ ਗੁਰੂ ਕਾ। ਏਦਾਂ ਕਹਿੰਦੇ ਦਬਦਬਾ ਹੋ ਗਿਆ। ਬਾਂਦ ਬੰਦੇ ਨੇ ਸਭ ਛੋੜ ਦਈ। ਜਿਹੜੇ ਬੰਨੇ ਹੋਏ ਸੀ ਨਾ, ਕੈਦ ਕੀਤੇ ਹੋਏ, ਉਹਨਾਂ ਨੂੰ ਵੀ ਸਜ਼ਾ ਦੇ ਕੇ ਛੱਡ ਦਿੱਤਾ ਵੀ ਜਾਓ, ਨੱਠ ਜਾਓ ਇੱਥੋਂ, ਮੁੜ ਕੇ ਇਹੋ ਜਿਹੀ ਕਰਤੂਤ ਨਾ ਕਰਿਓ। ਉਹਨੇ ਉੱਤੇ ਫਿਰ ਕਿਰਪਾ ਕਈ। ਉਹਨਾਂ ਉੱਤੇ ਤਰਸ ਕੀਤਾ ਬੰਦੇ ਬਹਾਦਰ ਨੇ ਵੀ ਭਾਈ ਮੁੜ ਕੇ ਹੁਣ ਏਦਾਂ ਦੀਆਂ ਕਰਤੂਤਾਂ ਨਾ ਕਰਿਓ। ਬੰਦੇ ਕਈ ਇਨ ਚੀਜ਼ ਪੀ ਦੇਵੋ। ਇੰਨਾ ਤਰਸ ਆਇਆ ਕਈਆਂ ਤੇ ਵੀ ਜਿਹੜੇ ਕੈਦ ਕੀਤੇ ਹੋਏ ਸੀ ਨਾ, ਆਖਿਆ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਨੂੰ ਵੀ ਇਹਨਾਂ ਨੂੰ ਦੇ ਦਿਓ। ਵੀ ਜਿਹੜਾ ਇਹਨਾਂ ਦੇ ਕੋਲੋਂ ਸਾਜੋ ਸਮਾਨ ਖੋਇਆ ਨਾ ਆਪਾਂ, ਉਹ ਵੀ ਇਹਨਾਂ ਨੂੰ ਦੇ ਕੇ ਵਾਪਸ ਮੋੜੋ। ਚਾਂਦੀ ਸੋਇਨੋ ਉਹ ਧਾਤ ਰਖੇਵੋ। ਜਿਹੜੇ ਪਸ਼ੂ ਡੰਗਰ ਮਾਲ ਪਿੰਡਾਂ ਵਿੱਚੋਂ ਧਾੜਵੀਆਂ ਦੇ ਲਿਆਂਦਾ ਸੀ, ਬਾਬਾ ਜੀ ਨੇ ਸਾਰਾ ਕੁਝ ਵਾਪਸ ਕਰਾ ਦਿੱਤਾ। ਬਸ ਸੋਨਾ ਤੇ ਚਾਂਦੀ ਇਹ ਦੋ ਚੀਜ਼ਾਂ ਰੱਖ ਲਈਆਂ। ਬਾਕੀ ਜੋ ਪਸ਼ੂ ਸਨ ਜਾਂ ਹੋਰ ਮੰਜੇ ਬਿਸਤਰੇ ਘਰਾਂ ਦਾ ਬਹੁਤ ਸਮਾਨ ਉਹ ਲੁੱਟ ਕੇ ਲਿਆਂਦਾ ਸੀ, ਬਾਬਾ ਜੀ ਨੇ ਸਾਰਾ ਵਾਪਸ ਕਰਾ ਦਿੱਤਾ। ਵੀ ਸਾਨੂੰ ਤਾਂ ਸੋਨਾ ਚਾਂਦੀ ਉਹ ਵੀ ਤਾਂ ਚਾਹੀਦਾ ਕਿਉਂਕਿ ਉਹ ਥੋੜਾ ਹੈ, ਉਹ ਸਾਂਭਣਾ ਸੌਖਾ ਹੈ, ਤੇ ਉਹਦੇ ਨਾਲ ਅੱਗੇ ਜਾ ਕੇ ਅਸੀਂ ਆਪਣੇ ਹਥਿਆਰ ਖਰੀਦਣੇ ਆ, ਘੋੜੇ ਖਰੀਦਣੇ ਆ। ਇਸ ਤਰ੍ਹਾਂ ਉਹਨਾਂ ਲੁਟੇਰਿਆਂ ਨੂੰ ਲੁੱਟਿਆ ਬਾਬਾ ਜੀ ਨੇ ਪਹਿਲੀ ਵਾਰ। ਦੋਹਰਾ ਤਬ ਬੰਦਾ ਕੰਧ ਪੈ ਚੜਿਓ, ਲਾਤਨ ਕੂਟੀ ਸੋਏ। ਕਹਿੰਦੇ ਬਾਬਾ ਜੀ ਲਾਗੇ ਇੱਕ ਕੰਧ ਸੀ, ਉਸ ਕੰਧ ਦੇ ਉੱਤੇ ਜਿਵੇਂ ਘੋੜੇ ਤੇ ਨਹੀਂ ਬੈਠੀਦਾ, ਦੋਵੇਂ ਪਾਸੇ ਲੱਤਾਂ ਕਰਕੇ ਬਹਿ ਗਏ, ਤੇ ਜਿਵੇਂ ਘੋੜੇ ਨੂੰ ਅੱਡੀ ਮਾਰੀ ਦੀ ਆ ਏਦਾਂ ਅੱਡੀ ਮਾਰਦੇ ਕੰਧ ਨੂੰ। ਬਾਬਾ ਬੰਦਾ ਸਿੰਘ ਜੀ ਬਹਿ ਕੇ ਉੱਤੇ ਅੱਡੀ ਮਾਰ ਕੇ ਬੋਲੇ, ਆਵਤ ਘੋੜੇ ਦਿਸਤ ਐ ਕਿਲੇ ਕੜਾਵੇਂ ਤੋਏ। ਸਿੰਘਾਂ ਨੂੰ ਕਹਿੰਦੇ ਸਿੰਘੋ ਘੋੜੇ ਆਉਂਦੇ ਆ ਖਾਲਸੇ ਵਾਸਤੇ, ਕਿਉਂਕਿ ਸਿੰਘਾਂ ਕੋਲ ਘੋੜੇ ਨਹੀਂ ਸਨ, ਘੋੜਿਆਂ ਦੀ ਕਮੀ ਸੀ, ਸ਼ਸਤਰਾਂ ਦੀ ਵੀ ਕਮੀ ਸੀ, ਪੈਦਲ ਸਨ। ਤੇ ਬਾਬਾ ਜੀ ਕੰਧ ਤੇ ਬੈਠੇ ਅੱਡੀ ਮਾਰਨ ਤੇ ਆਖਣ, ਸਿੰਘੋ ਘੋੜੇ ਪੇ ਆਉਂਦੇ ਆ, ਤਿਆਰ ਬਰ ਤਿਆਰ ਹੋ ਜਾਓ, ਕਿੱਲੇ ਘੜ ਛੱਡੋ, ਕਿੱਲੇ ਘੜ ਕੇ ਰੱਖ ਲਓ, ਜਾਂ ਜੋ ਆਉਂਦੇ ਘੋੜੇ ਫਿਰ ਬੰਨਣੇ ਵੀ ਆ, ਪਛਾੜੀਆਂ ਪਾਉਣੀਆਂ ਘੋੜਿਆਂ ਨੂੰ, ਤੇ ਕਿੱਲੇ ਘੜ ਕੇ ਰੱਖ ਲਓ। ਏਦਾਂ ਬਾਬਾ ਜੀ ਨੇ ਖਾਲਸੇ ਨੂੰ ਕਿਹਾ। ਚੋਪਈ ਤਬ ਬੰਦੇ ਨੇ ਉੱਚੇ ਉਚਾਰੀ। ਬਾਬਾ ਬੰਦਾ ਸਿੰਘ ਜੀ ਇਸ ਤਰ੍ਹਾਂ ਉੱਚੀ ਬੋਲੇ, ਕਿੱਲੇ ਰਸਨ ਕੀ ਕਰੋ ਤਿਆਰੀ। ਸਿੰਘੋ ਕਿੱਲੇ ਘੜ ਲਵੋ ਤੇ ਰੱਸੇ ਤਿਆਰ ਕਰ ਲਵੋ। ਆਵੇਂ ਘੋੜੇ ਆਪੇ ਅਬੀ। ਆਪੇ ਹੀ ਅਕਾਲ ਪੁਰਖ ਜੀ ਘੋੜੇ ਭੇਜ ਰਹੇ ਨੇ ਖਾਲਸੇ ਵਾਸਤੇ, ਆਪੇ ਹੀ ਟੁਰੇ ਆਉਂਦੇ ਆ ਘੋੜੇ ਸਾਡੇ ਕੋਲ। ਢੀਲ ਢੀਲ ਨ ਕਰਨੀ ਫੜ ਲਿਆਓ ਤਬੀ। ਬਸ ਢਿੱਲ ਨਹੀਂ ਕਰਨੀ, ਤੁਸੀਂ ਜਾ ਕੇ ਫੜ ਕੇ ਹੀ ਲੈ ਕੇ ਆਉਣੇ ਆ ਰਹੇ ਨੇ। ਸਿੰਘੋ ਤੁਸੀਂ ਢਿੱਲ ਨਹੀਂ ਕਰਨੀ,
ਬਸ ਜਾ ਕੇ ਬਾਗਾਂ ਤੋਂ ਫੜਨਾ ਤੇ ਫੜ ਕੇ ਲੈ ਆਉਣੇ ਨੇ। ਕਹਿਤ ਬੰਦਾ ਜਬ ਐਸੇ ਭਇਆ, ਜਦੋਂ ਬਾਬਾ ਜੀ ਇਹ ਗੱਲ ਕਹਿ ਰਹੇ ਸਨ, ਜਤਨ ਖਾਲਸੇ ਸੋਈ ਕਹਿਆ। ਸਿੰਘਾਂ ਨੇ ਹੁਣ ਖਾਲਸੇ ਦਾ ਪ੍ਰੇਮ ਇੰਨਾ ਬਣ ਗਿਆ ਸੀ, ਪਤਾ ਸੀ ਵੀ ਬਾਬਾ ਜੀ ਜੋ ਕਹਿੰਦੇ ਆ ਠੀਕ ਹੈ। ਉਸੇ ਵੇਲੇ ਸਿੰਘਾਂ ਨੇ ਇਹ ਨਹੀਂ ਆਖਿਆ ਵੀ ਕਿੱਥੋਂ ਆਉਣੇ ਆ ਘੋੜੇ, ਕੌਣ ਲੈ ਕੇ ਆ ਰਿਹਾ, ਕੋਈ ਸਵਾਲ ਨਹੀਂ ਕੀਤਾ। ਉਸੇ ਵੇਲੇ ਸਿੰਘਾਂ ਨੇ ਕਿੱਲੇ ਘੜ ਲਏ, ਰੱਸੇ ਤਿਆਰ ਕਰ ਲਏ। ਲੋਕ ਚੁਫੇਰੇ ਬੰਦੇ ਕੱਲੇ, ਚਾਰੇ ਪਾਸੇ ਬਾਬਾ ਜੀ ਨੇ ਬੰਦੇ ਭੇਜ ਦਿੱਤੇ। ਆਏ ਕਰੋ ਹਮ ਸੋ ਸਭ ਗੱਲੇ, ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦੇ ਭੇਜੇ ਵੀ ਆਓ ਸਾਡੇ ਨਾਲ ਗੱਲਬਾਤ ਕਰੋ। ਕੈਂਥਲ ਦੇ ਇਲਾਕੇ 'ਚ ਨਾ ਜਿੰਨੇ ਨੇੜੇ ਤੇੜੇ ਪਿੰਡ ਸੀ, ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦਿਆ ਵੀ ਸਾਡੇ ਨਾਲ ਆ ਕੇ ਗੱਲਬਾਤ ਕਰੋ। ਦੁੱਧ ਦਹੀਂ ਕ੍ਰਿਤ ਹਮ ਲੈ ਮਿਲੇ, ਕਿ ਜਿੰਨੀਆਂ ਪੰਚਾਇਤਾਂ ਵਾਲੇ ਨੇ ਸਾਰੇ ਆ ਜਾਓ, ਕਿਉਂਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਦੂਜੇ ਨੂੰ ਮਾਮਲਾ ਨਹੀਂ ਤਾਰਨਾ। ਖਾਲਸਾ ਰਾਜ ਹੈ ਤੁਹਾਡਾ, ਤੁਹਾਡੀਆਂ ਧਰਤੀਆਂ ਦੇ ਖੁਦ ਮੁਖਤਿਆਰ ਤੁਸੀਂ ਹੋ। ਪਰ ਤੁਸੀਂ ਖਾਲਸੇ ਨੂੰ ਭੇਟਾ ਕੀ ਕਰਨਾ ਹੈ? ਖਾਲਸੇ ਨੂੰ ਆ ਕੇ ਦੁੱਧ ਦਹੀਂ ਭੇਟਾ ਕਰੋ ਲਿਆ ਕੇ। ਸਾਡੇ ਲੰਗਰਾਂ ਵਾਸਤੇ ਸਾਨੂੰ ਰਸਤਾਂ ਬਸਤਾਂ ਚਾਹੀਦੀਆਂ ਨੇ, ਦੁੱਧ ਦਹੀਂ ਹੋਰ ਜਿਹੜਾ ਕਣਕ ਵਗੈਰਾ ਹੋਰ ਜੋ ਰਸਤਾਂ ਬਸਤਾਂ ਨੇ ਉਹ ਹਾਜ਼ਰ ਕਰੋ ਖਾਲਸੇ ਕੋਲ। ਔਰ ਨ ਮੰਗੋ ਜੋ ਹਮ ਸੰਗ ਪਿਲੇ, ਕਹਿੰਦੇ ਜੇ ਸਾਡੇ ਨਾਲ ਮਿਲ ਰਹੋਗੇ ਤੇ ਤੁਹਾਡੇ ਕੋਲ ਹੋਰ ਕੁਝ ਨਾ ਮੰਗਾਂਗੇ। ਦੇਉ ਤੁਮ ਕੋ ਮੁਲਕ ਮਿਲਾਏ, ਕਹਿੰਦੇ ਸਾਰਾ ਮੁਲਕ ਤੁਹਾਨੂੰ ਮਿਲਾ ਦਿੱਤਾ ਜਾਏਗਾ। ਹੁਣ ਖਾਲਸੋ ਤੁਮ ਪੀ ਆਏ, ਤੁਸੀਂ ਵੀ ਆ ਕੇ ਖਾਲਸੇ ਬਣੋ। ਜਿਹੜੇ ਖਾਲਸੇ 'ਚ ਰਲ ਜਾਓਗੇ ਉਹ ਰਾਜੇ ਹੋ ਜਾਓਗੇ, ਜਿਹੜੇ ਖਾਲਸੇ 'ਚ ਨਾ ਰੜੋਗੇ ਉਹ ਰਈਅਤ ਬਣ ਕੇ ਰਹੋਗੇ। ਦੋਹਰਾ ਕੌਣ ਮਨੇ ਬਿਨ ਭਾਗਿਓ ਪਏ ਫਰਿਆਦੀ ਜਾਏ। ਹੁਣ ਉਹਨਾਂ ਪਿੰਡਾਂ ਦੇ ਵਿੱਚ ਭਗਤ ਹੁੰਦੇ ਜਿਨ੍ਹਾਂ ਨੂੰ ਆਪਾਂ ਅੱਜ ਕੱਲ ਦੇ ਸ਼ਬਦਾਂ 'ਚ ਭੇਡਾਂ ਨਹੀਂ ਕਹਿੰਦੇ, ਉਹ ਭੇਡਾਂ ਵੀ ਹੁੰਦੀਆਂ ਪਿੰਡਾਂ ਦੇ ਵਿੱਚ, ਜਿਹੜੇ ਆਪਣੇ ਉਹਨਾਂ ਮੁਖੀਆਂ ਪਿੱਛੇ ਹੀ ਚੱਲਦੇ ਆ, ਭਾਵੇਂ ਉਹ ਬੁਰਾ ਕੰਮ ਕਰ ਰਹੇ ਹੋਣ। ਉਹ ਇਕੱਠੇ ਹੋ ਕੇ ਫਰਿਆਦੀ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਵੀ ਇਹ ਸਾਡੇ ਦੇ ਨਵੇਂ ਆ ਗਏ ਨੇ ਕਰ ਲਾਉਣ ਵਾਸਤੇ। ਉਹ ਜਾ ਕੇ ਫਰਿਆਦੀ ਭਾਗ ਮਾੜੇ ਉਹਨਾਂ ਲੋਕਾਂ ਦੇ। ਕਿੱਥੇ ਬਾਬਾ ਜੀ ਖੁਦ ਮੁਖਤਿਆਰੀ ਦੇ ਰਿਹਾ ਉਹਨਾਂ ਨੂੰ, ਕਿੱਥੇ ਜਾ ਕੇ ਉਹ ਚਾਪਲੂਸੀਆਂ ਕਰਦੇ ਹਨ। ਕੈਂਥਲ ਮੇ ਫੌਜਦਾਰ ਤੋਂ ਲਿਆਏ ਤਿਸੇ ਚੜਾਏ, ਕੈਂਥਲ ਦੇ ਵਿੱਚ ਇੱਕ ਫੌਜਦਾਰ ਸੀ, ਉਹਦੇ ਕੋਲ ਫਰਿਆਦ ਕੀਤੀ ਇਹਨਾਂ ਨੇ, ਉਹਨੂੰ ਚੜਾ ਕੇ ਲਿਆਏ ਬਾਬਾ ਬੰਦਾ ਸਿੰਘ ਬਹਾਦਰ ਤੇ। ਚੌਪਈ ਕੈਂਥਲ ਮੇ ਖੱਤਰੀ ਫੌਜਦਾਰ, ਜਿਹੜਾ ਕੈਂਥਲ ਦਾ ਇਹ ਫੌਜਦਾਰ ਸੀ ਇਹ ਖੱਤਰੀ ਵਰਣ ਦਾ ਸੀ। ਕਰਤ ਉਗਰਾਈ ਫੌਜ ਥੋਦਾਰ, ਇਹ ਉਗਰਾਈ ਕਰਦਾ ਸੀ, ਲੋਕਾਂ ਦੇ ਕੋਲੋਂ ਮਾਮਲਾ ਇਕੱਠਾ ਕਰਦਾ ਸੀ, ਫੌਜਦਾਰ ਸੀ। ਫਕੀਰ ਬੰਦੇ ਹਮ ਲੀਨੇ ਮਾਰ, ਲੋਕਾਂ ਨੇ ਜਾ ਕੇ ਇਹਦੇ ਕੋਲ ਪੁਕਾਰ ਕੀਤੀ, ਆਖਿਆ ਜੀ ਇੱਕ ਫਕੀਰ ਬੰਦਾ ਆਇਆ, ਉਹਨੇ ਸਾਨੂੰ ਮਾਰ ਲਿਆ, ਭਾਵ ਸਾਡੇ ਤੇ ਹੁਕਮ ਚਲਾਉਂਦਾ। ਐਸੀ ਲੋਕਨ ਕਰੀ ਪੁਕਾਰ, ਇਹ ਤਾਂ ਲੋਕਾਂ ਨੇ ਕੈਂਥਲ ਜਾ ਕੇ ਪੁਕਾਰ ਕੀਤੀ। ਉਗਰਾਈ ਬੰਦ ਬੰਦੇ ਤੋਹੇ ਕਰੀ, ਕਹਿੰਦੇ ਬੰਦੇ ਨੇ ਤੇਰੀ ਉਗਰਾਈ ਬੰਦ ਕਰ ਦਿੱਤੀ। ਉਹ ਕਹਿੰਦਾ ਮੈਨੂੰ ਦਿਆ ਕਰੋ ਉਗਰਾਈ ਜਿਹੜੀ ਦੇਣੀ ਹੈ, ਮੇਰੇ ਕੋਲ ਹਾਜ਼ਰ ਕਰਿਆ ਕਰੋ। ਚੜਿਓ ਸੁਨਤ ਵੈ ਉਸਈ ਕਰੀ, ਉਸੇ ਵੇਲੇ ਕੈਂਥਲ ਦਾ ਇਹ ਫੌਜਦਾਰ ਸੁਣਦਿਆਂ ਸਾਰ ਲੋਕਾਂ ਦੀ ਪੁਕਾਰ ਚੜਾਈ ਕੀਤੀ। ਪਕੜੋ ਉਸ ਅਰ ਲੇਵੋ ਲੂਟ, ਚਲੋ ਫੜੋ ਉਹਨੂੰ ਚੱਲ ਕੇ ਤੇ ਨਾਲੇ ਉਹਨੂੰ ਲੁੱਟ ਲਵੋ। ਕਹਿਓ ਮੁਲਕ ਤੁਮ ਦੀਨੀ ਛੂਟ, ਲੋਕਾਂ ਨੇ ਆਖਿਆ ਵੀ ਉਹਨੂੰ ਜਾ ਕੇ ਲੁੱਟ ਲੋ, ਤੈਨੂੰ ਸਾਡੇ ਵੱਲੋਂ ਛੂਟ ਹੈ, ਅਸੀਂ ਵੀ ਤੇਰੇ ਨਾਲ ਮਦਦ ਕਰਾਂਗੇ। ਯੋਂ ਕਹਿ ਚੜਿਓ ਕੀਨੀ ਤਾਈ, ਇਦਾਂ ਕਹਿ ਕੇ ਉਸੇ ਵੇਲੇ ਕੈਂਥਲ ਦਾ ਜਿਹੜਾ ਇਹ ਫੌਜਦਾਰ ਸੀ ਇਹਨੇ ਧਾਵਾ ਕੀਤਾ। ਬੰਦੇ ਟਿਗਵੈ ਪਹੁੰਚਿਓ ਆਈ, ਵੇਖਦਿਆਂ ਵੇਖਦਿਆਂ ਹੀ ਫੌਜ ਲੈ ਕੇ ਬੰਦੇ ਬਹਾਦਰ ਤੇ ਆ ਪਹੁੰਚਿਆ। ਉਠ ਬੰਦਾ ਵਿੱਚ ਕੰਦਨ ਵਰਿਓ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੋਰਚੇਬੰਦੀ ਕੀਤੀ ਹੋਈ, ਜਿਹੜੇ ਨਗਰ ਦੇ ਵਿੱਚ ਉੱਥੇ ਜਾ ਵੜੇ ਫਸੀਲਾਂ 'ਚ। ਕੋਈ ਨਾ ਨੱਠਨ ਯਤਨ ਯੋਂ ਕਰਿਓ, ਕਹਿੰਦੇ ਕੋਈ ਨੱਠ ਨਾ ਜਾਵੇ, ਇਦਾਂ ਦਾ ਯਤਨ ਕੀਤਾ। ਜੋ ਯਤਨ ਤੋਂ ਬੰਦੇ ਕਮਾਇਓ, ਜਿਹੜਾ ਯਤਨ ਬਾਬਾ ਬੰਦਾ ਸਿੰਘ ਜੀ ਨੇ ਕੀਤਾ, ਸੋ ਬੰਦੇ ਸੋ ਸਿੰਘਨ ਸਮਝਾਇਓ। ਉਹਨੇ ਸਮਝਾ ਦਿੱਤਾ, ਵਿਉਂਤਬੰਦੀ ਬਣਾ ਲਈ ਵੀ ਆਉਣਗੇ ਪਿੰਡ ਦੇ ਵਿੱਚ, ਕੰਧਾਂ ਦੇ ਓਹਲੇ ਹੋ ਕੇ ਲੁਕ ਗਏ ਵੀ ਸਾਹਮਣੇ ਮੈਦਾਨ 'ਚ ਨਹੀਂ ਲੜਨਾ। ਪਿੰਡ ਦੇ ਵਿੱਚ ਜਦੋਂ ਕੰਧਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਗਲੀਆਂ ਵਿੱਚ ਆਉਣਗੇ, ਉੱਥੇ ਹਮਲਾ ਕਰਕੇ ਉਹਨਾਂ ਨੂੰ ਮਾਰਨਾ ਸੌਖਾ, ਮੈਦਾਨ ਵਿੱਚ ਔਖਾ ਹੋਵੇਗਾ।
ਬੜੀ ਵਿਉਂਤਬੰਦੀ ਦੇ ਨਾਲ ਨੀਤੀ ਨਾਲ ਬਾਬਾ ਜੀ ਨੇ ਆਪ ਜਿਹੜੀ ਨੀਤੀ ਕੀਤੀ ਉਹ ਸਿੰਘਾਂ ਨੂੰ ਵੀ ਸਮਝਾਈ। ਆਏ ਅਸਵਾਰ ਸਾਥ ਸੋਚਾਰ, ਜਿਵੇਂ ਬਾਬਾ ਜੀ ਨੇ 2-3 ਦਿਨ ਪਹਿਲਾਂ ਹੀ ਕਿਹਾ ਸੀ ਵੀ ਘੋੜੇ ਆਉਂਦੇ ਆ ਸਿੰਘੋ ਕਿੱਲੇ ਬਣਾ ਲਓ, ਇਹੀ ਘੋੜੇ ਸਨ ਜਿਹੜੇ ਆ ਰਹੇ ਨੇ। ਤੇ ਇੱਕ ਨਹੀਂ, ਦੋ ਨਹੀਂ, 400 ਘੋੜ ਸਵਾਰ ਆਇਆ ਹੈ। ਉਹਨਾਂ ਨਾਲ 400 ਘੋੜੇ ਨੇ ਤੇ 400 ਹੀ ਸਵਾਰ ਹਨ। ਲੂਟਨ ਆਏ ਬਾਂਗਨਵਾਰ, ਇਹ ਜਿਹੜੇ ਬਾਂਗਰ ਦੇ ਇਲਾਕੇ ਦੇ ਰਹਿਣ ਵਾਲੇ ਖਾਲਸੇ ਨੂੰ ਲੁੱਟਣ ਆਏ ਸਨ। ਦੋਹਰਾ ਦੌਲਤ ਆਪੇ ਤੈਂਗਿਓ, ਜੈ ਬੈਠੇ ਬੰਦਾ ਲੁਕ। ਜਿੱਥੇ ਬਾਬਾ ਬੰਦਾ ਸਿੰਘ ਜੀ ਲੁਕ ਬੈਠੇ ਸਨ, ਭਾਵ ਕੰਧ ਦੇ ਓਲੇ, ਉੱਥੇ ਚਲਦਾ ਚਲਦਾ ਆ ਗਿਆ। ਲਖਿਓ ਸਮੰਦਾ ਬੋਲਣੇ, ਰਿਓ ਬੰਦਾ ਕਰ ਚੁੱਪ। ਹੁਣ ਕੰਧਾਂ ਓਲੇ ਸਿੰਘ ਲੁਕੇ ਹੋਏ ਸੀ, ਇਹ ਆ ਕੇ ਲੱਗਾ ਬੋਲਣ, ਮਾੜੇ ਮਾੜੇ ਭੈੜੇ ਭੈੜੇ ਬੋਲ। ਬਾਬਾ ਬੰਦਾ ਸਿੰਘ ਜੀ ਸੁਣ ਕੇ ਚੁੱਪ ਰਹੇ। ਬੰਦੇ ਨੇ ਸਮਝੋ ਤਬੇ, ਸਭ ਵੜੇ ਇੜਕੇ ਆਏ। ਪਹਿਲਾਂ ਚੁੱਪ ਕਰਕੇ ਬੈਠੇ ਰਹੇ ਸ਼ਹਿ ਕੇ, ਵੀ ਪਤਾ ਹੀ ਨਾ ਲੱਗੇ ਵੀ ਸਿੰਘ ਹੈਣ ਇੱਥੇ ਪਿੰਡ 'ਚ। ਕਹਿੰਦੇ ਜਦੋਂ ਵੇਖਿਆ ਨਾ ਵੀ ਸਾਰੇ ਹੀ ਆ ਗਏ ਨੇ ਅੰਦਰ ਅੜਿੱਕੇ, ਗਲੀਆਂ ਦੇ ਵਿੱਚ ਘਿਰ ਗਏ ਨੇ ਚਾਰੇ ਪਾਸਿਓਂ। ਜਦੋਂ ਇਸ ਤਰ੍ਹਾਂ ਸਿੰਘਾਂ ਨੇ ਤੇ ਬੰਦੇ ਬਹਾਦਰ ਨੇ ਵੇਖਿਆ, ਤੋ ਸਾਰਤ ਸਿੰਘਨ ਕਈ, ਲੁੱਟੇ ਇਨੇ ਬਣਾਏ। ਇਸ਼ਾਰਾ ਕੀਤਾ ਸਿੰਘਾਂ ਨੂੰ, ਖਾਲਸਾ ਜੀ ਲੁੱਟ ਲੋ, ਘੋੜੇ ਆ ਗਏ ਨੇ, ਕਰ ਲੋ ਕਾਬੂ ਘੋੜੇ। ਕਹਿੰਦੇ ਇਸ ਤਰ੍ਹਾਂ ਇਸ਼ਾਰਤ ਕੀਤਾ ਤੇ ਸਿੰਘ ਬਾਜਾਂ ਵਾਂਗੂ ਟੁੱਟ ਕੇ ਪੈ ਗਏ। ਚੋਪਈ ਉੱਠੇ ਸਿੰਘ ਬਾਗਨ ਲਪਟਾਏ। ਸਿੰਘ ਜਾ ਕੇ ਘੋੜਿਆਂ ਦੇ ਗਲਾਂ ਦੇ ਨਾਲ ਜਿਹੜੀਆਂ ਵਾਗਾਂ ਹੁੰਦੀਆਂ ਉਹਨਾਂ ਨਾਲ ਲਪਟ ਗਏ। ਹੁਣ ਅਗਲੇ ਪਾਸੇ ਘੋੜੇ ਦੇ ਬੈਠੇ, ਹੁਣ ਉੱਤੇ ਬੈਠਾ ਤਲਵਾਰ ਨਹੀਂ ਚਲਾ ਸਕਦਾ, ਘੋੜੇ ਤੇ ਉੱਤੇ ਬੈਠੇ ਸ਼ਸਤਰ ਨਹੀਂ ਚਲਾ ਸਕਦੇ। ਸਿੰਘ ਕਹਿੰਦੇ ਜਾ ਕੇ ਘੋੜਿਆਂ ਦੀਆਂ ਵਾਗਾਂ ਨਾਲ ਲਪਟ ਗਏ। ਤੁਰੇ ਨਾ ਘੋੜੇ ਰਹੇ ਤੁਰਾਏ। ਉਹ ਤੋਰਦੇ ਘੋੜੇ, ਹੁਣ ਘੋੜੇ ਕਿੱਥੇ ਟੁਰਨ ਜਦੋਂ ਸਿੰਘਾਂ ਨੇ ਵਾਗਾਂ ਤੋਂ ਪਕੜ ਲਏ ਅੱਗੋਂ। ਜੋ ਉੱਪਰ ਤੇ ਸ਼ਸਤਰ ਚਲਾਵਨ, ਉਤੋਂ ਕੋਈ ਸ਼ਸਤਰ ਚਲਾਇਆ ਕਰਨ ਮਾਰਨ ਵਾਸਤੇ। ਉਨ ਕੈ ਸ਼ਸਤਰ ਨ ਸਿੰਘਨ ਕਾਵਨ। ਹੁਣ ਸਿੰਘ ਘੋੜੇ ਦੇ ਮੂੰਹ ਦੇ ਅੱਗੇ ਅੱਗੇ ਫਿਰਦੇ ਸੀ, ਉਹ ਸ਼ਸਤਰ ਉਹਨਾਂ ਤੋਂ ਲੱਗਦਾ ਹੀ ਨਹੀਂ ਸਿੰਘਾਂ ਤੇ ਕੋਈ। ਉਤੋਂ ਚਲਾਉਂਦੇ ਆ, ਸਿੰਘਾਂ ਨੂੰ ਕੋਈ ਸ਼ਸਤਰ ਨਹੀਂ ਵੱਜਦਾ। ਜੋ ਸਿੰਘ ਮਾਰੇ ਸੋਟਾ ਡਲਾ, ਤੇ ਸਿੰਘਾਂ ਕੋਲ ਸੋਟਾ ਹੁੰਦਾ ਮੋਟਾ, ਜਾਂ ਕੋਈ ਮੋਟਾ ਪੱਥਰ ਡਲਾ ਫੜਿਆ ਹੁੰਦਾ, ਸ਼ਸਤਰ ਨਹੀਂ ਮਾਰਿਆ। ਫਿਰ ਵੀ ਸਿੰਘਾਂ ਨੇ ਕਹਿੰਦੇ ਸੋਟਾ ਹੀ ਮਾਰਦੇ, ਵਗਾ ਕੇ ਸੱਜੇ ਖੱਬਿਓਂ ਪਾਸਿਓਂ ਵਿਖਾ ਕੇ ਉੱਤੇ ਬੈਠਿਆਂ ਨੂੰ। ਉਨ ਤਨ ਲਾਗੇ ਦੁੱਖ ਦਾ ਭਲਾ, ਜਾਂ ਕੋਈ ਚੰਗਾ ਮੋਟਾ ਪੱਥਰ ਹੁੰਦਾ, ਵਗਾ ਕੇ ਮਾਰਦੇ ਸਿਰ ਦੇ ਉੱਤੇ, ਤੇ ਜਾਂ ਪਰੁਪੜੀ ਤੇ ਜਾਂ ਨੱਕ ਦੇ ਉੱਤੇ ਮਾਰਦੇ ਨਿਸ਼ਾਨਾ ਲਾ ਕੇ। ਜੇ ਨੱਠੇ ਤੋ ਨਠਨ ਨਾ ਪਾਵੇ। ਉਹਨੂੰ ਨੱਠਣਾ ਚਾਹੁੰਦੇ ਆ, ਨੱਠਣ ਨਹੀਂ ਦਿੰਦੇ ਸਿੰਘ। ਕਾਬੂ ਕਰ ਲਏ ਇਹਨਾਂ ਨੂੰ, ਏਦਾਂ ਕਾਬੂ ਕੀਤਾ। ਵਿੱਚ ਦੇ ਕੰਦਨ ਘੋੜਿਓਂ ਗਿਰਾਵੇ। ਔਰ ਕੰਧਾਂ ਦੇ ਨਾਲ ਨਾਲ ਘਸੜ ਕੇ ਨਾ, ਜਦੋਂ ਘਸੜਦੇ ਆ ਲੱਤਾਂ ਘਸੀਂਦੀਆਂ ਉਹਨਾਂ ਦੀਆਂ, ਫਿਰ ਛਾਲਾਂ ਮਾਰ ਮਾਰ ਥੱਲੇ ਉਤਰਦੇ ਆ। ਦੋਹਰਾ ਫੌਜਦਾਰ ਸੋ ਫੜ ਲਿਓ, ਘੋੜਿਓਂ ਲਿਓ ਉਤਾਰ। ਗੱਲ ਕੀ ਜਿਹੜਾ ਇਹਨਾਂ ਦਾ ਫੌਜਦਾਰ ਸੀ ਨਾ ਕੈਂਥਲ ਦਾ, ਸਿੰਘਾਂ ਨੇ ਉਹਨੂੰ ਕਾਬੂ ਕਰ ਲਿਆ। ਸਭ ਤੋਂ ਜਿਹੜਾ ਮੁਖੀਆ ਸੀ ਇਹਨਾਂ ਦਾ, ਫੜ ਕੇ ਘੋੜਿਓਂ ਥੱਲੇ ਲਾ ਲਿਆ। ਜਿਤਨੋ ਮੰਦਾ ਬੋਲਿਓ, ਉਤਨੀ ਕਰਿਓ ਸਮਾਰ। ਉਹ ਬੜਾ ਮਾੜਾ ਬੋਲਿਆ ਸੀ ਪਹਿਲਾਂ ਆ ਕੇ ਨਾ ਬਾਬੇ ਬੰਦੇ ਬਹਾਦਰ ਨੂੰ ਤੇ ਸਿੰਘਾਂ ਨੂੰ। ਜਿੰਨਾ ਮਾੜਾ ਬੋਲਿਆ ਸੀ ਨਾ, ਸਿੰਘਾਂ ਨੇ ਉਸੇ ਮੂੰਹ ਦੇ ਉੱਤੇ ਮਾਰ ਮਾਰ ਜੁੱਤੀਆਂ ਇਹਨੂੰ ਉਹਦੀ ਸਜ਼ਾ ਦਿੱਤੀ ਬੋਲਣ ਦੀ, ਵੀ ਹੁਣ ਬੋਲ। ਜੋ ਪਹਿਲਾਂ ਕਹਿੰਦਾ ਸੀ ਝੱਟ ਨੂੰ, ਹੁਣ ਬੋਲ। ਕਿਵੇਂ ਬੋਲਦਾ ਤੂੰ? ਕਹਿੰਦੇ ਏਦਾਂ ਚੰਗੀ ਤਰ੍ਹਾਂ ਮਾਰ ਕੇ ਇਹਦਾ ਮੂੰਹ ਤੋੜਿਆ। ਚੋਪਈ ਮੇਰ ਫੇਰ ਉਸ ਬੰਦੇ ਕਈ। ਕਹਿੰਦੇ ਇਸ ਤਰ੍ਹਾਂ ਉਸ ਵੇਲੇ ਉਹਨੇ ਆਖਿਆ ਮਿਹਰ ਕਰੋ। ਉਹ ਬੋਲਿਆ ਫੌਜਦਾਰ ਬੰਦੇ ਬਹਾਦਰ ਨੂੰ, ਕਹਿੰਦਾ ਮਿਹਰ ਕਰੋ, ਤੂੰ ਫਕੀਰ ਆ, ਤੂੰ ਬੰਦਾ ਆ, ਮੇਰੇ ਤੇ ਮਿਹਰ ਕਰ। ਫਿਰ ਫੌਜਦਾਰੀ ਉਸ ਦੀ ਦਈ। ਬਾਬਾ ਜੀ ਨੇ ਆਖਿਆ ਵੀ ਬੰਦਾ ਬਣ ਕੇ ਟੁਰ ਜਾ ਹੁਣ ਇੱਥੋਂ ਵਾਪਸ, ਤੇਰੀ ਫੌਜਦਾਰੀ ਤੈਨੂੰ ਦੇ ਦਿੱਤੀ ਹੈ, ਵੀ ਜਾ ਜਾ, ਜਿਹੜੇ ਤੇਰੇ ਸਿਪਾਹੀ ਤੇਰੇ ਨਾਲ ਦੇ ਇਹਨਾਂ ਨੂੰ ਵਾਪਸ ਲੈ ਜਾ। ਐਸ ਅਚੰਬੋ ਉਹਾਂ ਭਇਓ। ਘੋੜੇ ਸਾਡੇ ਨੇ, ਪੈਦਲ ਟੁਰ ਕੇ ਚਲੇ ਜਾਓ, ਸਰੀਰ ਵਾਸਤੇ ਵੀ ਵਧੀਆ ਹੁੰਦਾ। ਚਲੇ ਜਾਓ ਵਾਪਸ ਕੈਂਥਲ ਨੂੰ। ਆਹ ਘੋੜੇ ਹੁਣ ਖਾਲਸੇ ਦੇ ਕੋਲ ਰਹਿਣਗੇ। ਕੋਈ ਹੱਥ ਤੇ ਪੈਸਾ ਲਿਓ। ਕਹਿੰਦੇ ਜਿਹੜੀ ਮਾਇਆ ਸੀ ਇਹਨਾਂ ਲੋਕਾਂ ਕੋਲੋਂ ਗਰਾਈ ਹੋਈ, ਉਹ ਵੀ ਇੱਥੇ ਖਾਲਸੇ ਕੋਲ ਹਾਜ਼ਰ ਕਰ ਜੋ, ਇਹ ਸਮਝ ਕੇ ਕਿ ਖਾਲਸੇ ਦੇ ਦਰਸ਼ਨ ਭਾਗਾਂ ਨਾਲ ਹੋਏ ਨੇ ਤੇ ਮਾਇਆ ਉਹਨਾਂ ਦੇ ਨਜ਼ਰਾਨੇ ਵਜੋਂ ਭੇਟ ਕਰਨ ਲੱਗੇ ਆ। ਹਾਂਜੀ, ਤਬੇ ਪਰੀ ਬੰਦੇ ਕੀ ਤਾਂਕ। ਜਦੋਂ ਕੈਂਥਲ ਦਾ ਫੌਜਦਾਰ ਕਾਬੂ ਕਰ ਲਿਆ,
ਤੇ ਬਾਬਾ ਬੰਦਾ ਸਿੰਘ ਬਹਾਦਰ ਧਾ ਕਿਸ ਗੱਲ ਦੀ ਪਵੇ ਵੀ ਹਥਿਆਰਾਂ ਤੋਂ ਬਿਨਾਂ ਹੀ ਲੜ ਲੈਂਦੇ ਆ। ਬੇਟਾਂ ਨਾਲ ਡਾਂਗਾਂ ਨਾਲ ਹੀ 400 ਬੰਦਾ ਕਾਬੂ ਕਰ ਲਿਆ। ਪਹਿਲਾਂ ਜਿਹੜੇ ਧਾੜਵੀ ਸਨ ਉਹਨਾਂ ਨੂੰ ਵੀ ਇਦਾਂ ਹੀ ਕਾਬੂ ਕਰ ਲਿਆ। ਕਹਿੰਦੇ ਇਸ ਗੱਲ ਦੀ ਧਾਕ ਬਾਬੇ ਬੰਦੇ ਬਹਾਦਰ ਦੀ ਪੈ ਗਈ। ਪਰੀ ਉਗਰਾਈ ਮੁਲਕ ਸਮਾਤ। ਕਹਿੰਦੇ ਸਾਰੇ ਇਲਾਕੇ ਦੀ ਜਿਹੜੀ ਉਗਰਾਈ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਮਾਰਫਤ ਹੋ ਗਈ। ਉਸਈ ਗੈਲ ਸਫੌਜ ਲਗਾਈ। ਉਹ ਜਿਹੜੇ ਫੌਜਦਾਰ ਨਾਲ ਫੌਜ ਆਈ ਸੀ ਨਾ, ਉਹ ਕਹਿੰਦੇ ਉਹਨੂੰ ਕਹਿੰਦੇ ਬਈ ਤੇਰੀ ਨੌਕਰੀ ਅਸੀਂ ਅੱਜ ਤੋਂ ਛੱਡੀ। ਉਹਨਾਂ ਵਿੱਚੋਂ ਜਿਹੜੇ ਬਹੁਤੇ ਸਨ ਕਹਿੰਦੇ ਅਸੀਂ ਬਾਬੇ ਬੰਦੇ ਬਹਾਦਰ ਦੀ ਸਿਪਾਹੀ ਫੌਜ ਵਿੱਚ ਭਰਤੀ ਹੋਣ ਲੱਗੇ ਹਾਂ। ਉਹਦੀ ਨੌਕਰੀ ਛੱਡ ਕੇ ਬਾਬੇ ਬੰਦੇ ਬਹਾਦਰ ਦੀ ਨੌਕਰੀ ਕਰਨ ਲੱਗ ਪਏ। ਉਹੀ ਲੱਗੋ ਫਿਰ ਕਰਨ ਉਗਰਾਈ। ਹੁਣ ਉਹ ਸਾਰੇ ਇਲਾਕੇ ਦੇ ਭੇਤੀ ਸਨ। ਇਹਦਾ ਫਾਇਦਾ ਬਾਬਾ ਜੀ ਨੂੰ ਹੋਇਆ। ਉਹਨਾਂ ਆਖਿਆ ਵੀ ਜਿਹੜੀ ਉਗਰਾਈ ਪਹਿਲਾਂ ਕੈਂਥਲ ਜਾਂਦੀ ਸੀ, ਤੁਸੀਂ ਹੁਣ ਉਹ ਸਾਰੀ ਉਗਰਾਈ ਲਿਆ ਕੇ ਤੇ ਖਾਲਸੇ ਦੇ ਚਰਨਾਂ 'ਚ ਹਾਜ਼ਰ ਕਰੋ। ਏਦਾਂ ਕੈਂਥਲ ਦੇ ਇਲਾਕੇ ਨੂੰ ਸਿੱਧ ਕਰਦਿਆਂ ਸ਼ੇਰ ਖੰਡਾ ਨਾਮਕ ਇੱਕ ਨਗਰ ਹੈ, ਉੱਥੇ ਬਾਬਾ ਜੀ ਨੇ ਜਾ ਕੇ ਜਿਵੇਂ ਆਸਣ ਲਾਇਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦੀ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਨਾਸੀ ਅਗਨਾਸ। ਹੈ ਪੁਰਨ ਹੈ ਸਰਬ ਮੈਂ, ਪੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਏ ਸਦਾ ਬਬੇਤ। ਹੈ ਅਪਰੰਪਰ ਹਰ ਹਰੇ, ਓ ਅਣਿਆਰ। हे संतः कै सदा संग, ਧਾਰਾ ਆਧਾਰ। हे ठाकुर हौं दासरो, ਨਿਰਗੁਣ ਗੁਣ ਨਹੀਂ ਕੋਏ। नानक दीजै नाम दान। ਕੋਈ ਐ ਪਰੋ आए प्रभ शरणागति, ਕਿਰਪਾ ਨਿਧ ਦਿਆਲ। एक अखर हर मन बस्त, ਕਿ ਹੋਤ ਨਿਆਲ। वाहिगुरु नाम जहाज है, ਬੜੇ ਸੋ ਤੇਰੇ ਪਾਰ। जो शरदा कर सेवंदे, ਪਾਰ ਉਤਾਰ ਨਿਆਰ। वाहिगुरु नाम जहाज है, ਬੜੇ ਸੋ ਤੇਰੇ ਪਾਰ। जो शरदा कर सेवंदे। ਪਾਰ ਉਤਾਰ ਨਿਆਰ। वाहिगुरु जी का खालसा, वाहिगुरु जी की फतेह।